ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੋਭ ਮਤ ਪ੍ਰਕਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਦੋਹਰਾ ਬਿਨ ਲਗਾਮ ਅਸ ਬਲੀ ਪਰ, ਰਾਮ ਕੁਰ ਆਰੂੜ। ਇਕ ਦਿਸ ਕਰ ਦੁਨਹੁ ਚਰਨ, ਬੈਠਿਓ ਜਿਸ ਮਤ ਗੂੜ। ਬਿਨ ਲਗਾਮ ਅਸ ਬਲੀ ਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਹੈ ਕਿ ਦਸਾਂ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਜੋ ਹੈ ਸਾਨੂੰ ਪ੍ਰਾਪਤ ਹੈ, ਅਤੇ ਗੁਰੂ ਬਖਸ਼ਿਸ਼ ਦੇ ਨਾਲ ਸ਼ਾਮ ਦੇ ਦੀਵਾਨਾਂ ਵਿੱਚ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਨੂੰ ਸਰਵਣ ਕਰਦੇ ਹਾਂ, ਜਿਸ ਦੇ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਜੀ ਨੇ ਜਗਤ ਵਿੱਚ ਆ ਕਰਕੇ ਕੀ ਕੁਝ ਕੀਤਾ ਹੈ, ਕਿਸ ਤਰੀਕੇ ਦੇ ਨਾਲ ਸਾਡੇ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਕੇ ਕਿਹੋ ਜਿਹੇ ਜੀਵਨ ਸਨ, ਤੇ ਗੁਰੂ ਮਹਾਰਾਜ ਨੇ ਕੈਸੇ ਗੁਰਸਿੱਖ ਜੀਵਨ ਜਿਹੜੇ ਸਨ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ। ਉਸ ਸੰਬੰਧ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਜੋ ਹੈ ਅਸੀਂ ਲਗਾਤਾਰ ਸੁਣਿਆ ਹੈ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਜਿਸ ਦਾ ਨਾਮ ਰੱਖ ਕੇ ਕਵੀ ਸੰਤੋਖ ਸਿੰਘ ਜੀ ਹੁਣਾਂ ਨੇ ਇਤਿਹਾਸ ਇਕੱਤਰ ਕਰਕੇ ਛੰਦਾਬੰਦੀ ਵਿੱਚ ਕਾਵ ਰੂਪ ਦੇ ਵਿੱਚ ਅਨੇਕ ਛੰਦਾਂ ਦੇ ਵਿੱਚ ਵਰਣਨ ਕੀਤਾ। ਉਸ ਦਾ ਅਸੀਂ ਜੋ ਵਿਚਾਰ ਹੈ ਪਿਛਲੇ ਸਮੇਂ ਸਰਵਣ ਕੀਤਾ ਹੈ। ਹੁਣ ਕਵੀ ਜੀ ਨੇ ਬਾਕੀ ਦੇ ਸਤਿਗੁਰਾਂ ਦਾ ਇਤਿਹਾਸ ਜੋ ਹੈ ਉਸ ਨੂੰ ਸ਼ੁਰੂ ਕੀਤਾ ਹੈ।
ਹੁਣ ਉਸ ਇਤਿਹਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿ ਇਤਿਹਾਸ ਕਿੱਥੋਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਪ੍ਰਾਪਤ ਹੋਇਆ ਤੇ ਕਿਸ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਯਤਨ ਕੀਤੇ, ਕਵੀ ਸੰਤੋਖ ਸਿੰਘ ਜੀ ਹੁਣਾਂ ਨੇ ਸੋ ਇਸ ਇਤਿਹਾਸ ਨੂੰ ਪ੍ਰਾਪਤ ਕੀਤਾ ਤੇ ਫਿਰ ਇਸ ਨੂੰ ਉਹਨਾਂ ਨੇ ਸਾਕਾਰ ਰੂਪ ਵਿੱਚ ਸਾਨੂੰ ਬਖਸ਼ਿਆ ਲਿਖਤ ਰੂਪ ਦੇ ਵਿੱਚ। ਉਸ ਦਾ ਜ਼ਿਕਰ ਚੱਲ ਰਿਹਾ। ਕਵੀ ਜੀ ਨੇ ਸੋ ਇਹ ਸੂਰਜ ਪ੍ਰਕਾਸ਼ ਗ੍ਰੰਥ ਨੂੰ ਸ਼ੁਰੂ ਕਰਨ ਵੇਲੇ ਪਹਿਲੇ ਮੰਗਲਾਚਰਨ ਕਰਕੇ ਦਸਾਂ ਗੁਰੂਆਂ ਨੂੰ, ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਨਮਸਕਾਰਾਂ ਕੀਤੀਆਂ ਨੇ। ਸਵਸਤੀ ਨੂੰ ਇਸ ਪ੍ਰਕਾਰ ਆਵਾਹਨ ਕੀਤਾ ਹੈ। ਜਿਨ੍ਹਾਂ ਗੁਰਸਿੱਖ ਤੱਤ ਵੇਤਿਆਂ ਦੇ ਉੱਚੇ ਜੀਵਨ ਹੋਏ ਨੇ ਉਹਨਾਂ ਨੂੰ ਨਮਸਕਾਰਾਂ ਕੀਤੀਆਂ ਹਨ। ਜੋ ਪੁਰਾਤਨ ਸਮੇਂ ਤੋਂ ਭਲੇ ਲੋਕ ਹੋਏ ਨੇ, ਸਮੇਂ ਸਮੇਂ ਅਨੁਸਾਰ ਸਭਨਾਂ ਨੂੰ ਯਾਦ ਕਰਕੇ ਤੇ ਪਵਿੱਤਰ ਇਤਿਹਾਸ ਨੂੰ ਸ਼ੁਰੂ ਕੀਤਾ ਹੈ। ਇਤਿਹਾਸ ਨੂੰ ਸ਼ੁਰੂ ਕਰਦੇ ਹਾਂ ਕਵੀ ਜੀ ਨੇ ਸ਼ੁਰੂ ਕੀਤਾ ਹੈ ਬਾਬਾ ਬੁੱਢਾ ਸਾਹਿਬ ਜੀ ਤੋਂ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬਾਬਾ ਬੁੱਢਾ ਜੀ ਬਾਲ ਰੂਪ ਵਿੱਚ ਆਏ ਨੇ। ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਕੇ ਜਦੋਂ ਬਾਲ ਅਵਸਥਾ ਵਿੱਚ ਗੁਰੂ ਦਾ ਦੀਦਾਰ ਹੋਇਆ, ਕੋਈ ਪੂਰਬਲੇ ਭਾਗ ਸਨ, ਪਵਿੱਤਰ ਰੂਹ ਸੀ। ਦੱਸਿਆ ਕਿ ਇਹ ਸੋ ਬੱਕਰੀਆਂ ਭੇਡਾਂ ਨੂੰ ਚਾਰ ਰਹੇ ਸਨ। ਸਾਹਿਬ ਗੁਰੂ ਨਾਨਕ ਸਾਹਿਬ ਦਰਖਤ ਦੀ ਛਾਂ ਥੱਲੇ ਬੈਠੇ ਨੇ। ਭਾਈ ਬਾਲਾ ਜੀ ਨੂੰ ਹੁਕਮ ਕੀਤਾ ਹੈ ਕਿ ਉਹ ਜੋ ਬਾਲਕ ਹੈ ਉਸ ਨੂੰ ਬੁਲਾ ਕੇ ਲਿਆਓ। ਸੋ ਬਾਲਕ ਨੂੰ ਬੁਲਾਇਆ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਸਤਿਕਾਰ ਸਹਿਤ ਦਰਸ਼ਨ ਕੀਤੇ ਤੇ ਸਤਿਗੁਰੂ ਪਾਤਸ਼ਾਹ ਨੇ ਕੁਝ ਸਮਾਂ ਕੋਲ ਬਿਠਾਇਆ ਤੇ ਕਿਹਾ, ਬੇਟਾ ਜਾਓ ਆਪਣੇ ਮਾਲ ਡੰਗਰ ਨੂੰ ਸੰਭਾਲੋ। ਇਹ ਬੱਚਾ ਹੈਰਾਨ ਹੈ, ਕਹਿੰਦਾ ਮਹਾਰਾਜ ਵੀ ਬੁਲਾਇਆ ਵੀ ਹੈ ਤੇ ਕੋਈ ਗੱਲ ਨਹੀਂ ਕੀਤੀ। ਮਹਾਰਾਜ ਕਹਿੰਦੇ ਭਾਈ ਜੇ ਕੋਈ ਆਪਣਾ ਹੋਵੇ ਤੇ ਉਹਨੂੰ ਬੁਲਾ ਲਈਏ ਤੇ ਕੋਈ ਮਾੜੀ ਗੱਲ ਥੋੜੀ ਹੈ। ਬੱਚਾ ਚਲਾ ਗਿਆ। ਪਰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਸਤਿਗੁਰਾਂ ਦੇ ਬਚਨ ਸੁਣ ਕਰਕੇ, ਸਤਿਗੁਰਾਂ ਦਾ ਦਰਸ਼ਨ ਕਰਕੇ ਇਸ ਬਾਲਕ ਦੇ ਨਿਰਮਲ ਰੂਹ ਦੇ ਅੰਦਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਪਿਆਰ ਜਿਹੜਾ ਹੈ ਉਹ ਜਾਗਿਆ ਹੈ। ਹੁਣ ਇਸ ਦੀ ਯਾਦ ਵਿੱਚ, ਇਸ ਦੇ ਹਿਰਦੇ ਵਿੱਚ ਹੁਣ ਗੁਰੂ ਪਾਤਸ਼ਾਹ ਦੀ ਯਾਦ ਹੈ ਤੇ ਗੁਰੂ ਦੇ ਬਚਨ ਹਰ ਵੇਲੇ ਇਸ ਦੇ ਅੰਦਰ ਜਿੰਨੇ ਕਿੰਨੇ ਸੁਣੇ ਨੇ ਉਹ ਈਚੋ ਕਰ ਰਹੇ ਨੇ। ਜਿਸ ਤਰ੍ਹਾਂ ਖੂਹ ਦੀ ਆਵਾਜ਼ ਹੈ, ਇਵੇਂ ਇਸ ਦੇ ਹਿਰਦੇ ਦੇ ਵਿੱਚ ਉਹ ਬਚਨ ਯਾਦ ਨੇ। ਇਸ ਤਰੀਕੇ ਦੇ ਨਾਲ ਬਾਲਕ ਗਿਆ ਹੈ। ਸੋ ਸਤਿਗੁਰੂ ਦੇ ਪਿਆਰ ਵਿੱਚ ਸਵੇਰੇ ਹੀ ਉੱਠ ਕਰਕੇ ਘਰੋਂ ਮੱਖਣ ਦਾ ਕੁੱਜਾ ਚੁੱਕਿਆ ਹੈ, ਗੁਰੂ ਸਾਹਿਬ ਦੇ ਚਰਨਾਂ ਵਿੱਚ ਪੁੱਜ ਗਿਆ। ਜਾ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਰੱਖ ਕੇ ਨਮਸਕਾਰ ਕੀਤੀ। ਕਿਹਾ ਮਹਾਰਾਜ ਮੈਂ ਤੁਹਾਡੇ ਵਾਸਤੇ ਲਿਆਇਆ, ਬੜਾ ਸਵਾਦ ਲੱਗਦਾ, ਖਾਓ, ਬੱਚਿਆਂ ਨੂੰ ਸਵਾਦ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿੱਥੋਂ? ਕਹਿੰਦੇ ਮਹਾਰਾਜ ਘਰੋਂ ਲਿਆਇਆ। ਮਹਾਰਾਜ ਕਹਿੰਦੇ ਵੀ ਘਰ ਤਾਂ ਅਜੇ ਤੂੰ ਬਾਲਕ ਹੈ, ਤੂੰ ਕਿਹੜਾ ਘਰ ਸਮਝ ਲਿਆ? ਘਰ ਤਾਂ ਤੇਰੇ ਮਾਤਾ ਪਿਤਾ ਦਾ ਹੈ। ਕਹਿੰਦਾ ਮਹਾਰਾਜ ਮੈਂ ਤਾਂ ਇਹੋ ਸਮਝਿਆ, ਮਾਤਾ ਪਿਤਾ ਦਾ ਘਰ ਹੈ, ਉਹੀ ਮੇਰਾ ਘਰ ਸਮਝਿਆ। ਮੇਰੇ ਸਤਿਗੁਰੂ ਪਾਤਸ਼ਾਹ ਦੀ ਕਹਿੰਦੇ ਵੀ ਦੇਖ, ਘਰ ਤੇਰੇ ਮਾਤਾ ਪਿਤਾ ਦਾ, ਤੂੰ ਤੇ ਕੋਈ ਅਜੇ ਕੰਮ ਨਹੀਂ ਕੀਤਾ ਤੇ ਇਹ ਤੂੰ ਮਾਤਾ ਪਿਤਾ ਤੋਂ ਚੋਰੀ ਲਿਆਇਆ ਵੀ ਅਸੀਂ ਤੇਰਾ ਮੱਖਣ ਨਹੀਂ ਖਾਣਾ। ਉਸ ਵੇਲੇ ਇਹ ਸੁਣ ਕਰਕੇ ਬਾਲਕ ਜਿਹੜਾ ਸੀ ਵਿਰਾਗ ਕਰਨ ਲੱਗ ਪਿਆ। ਮਹਾਰਾਜ ਕਹਿੰਦੇ ਵੀ ਤੈਨੂੰ ਅਸੀਂ ਕੋਈ ਸੋ ਮਾਰਿਆ ਨਹੀਂ, ਤੈਨੂੰ ਕੋਈ ਮਾੜਾ ਬਚਨ ਨਹੀਂ ਕਿਹਾ ਤੇ ਤੂੰ ਇੰਜ ਕਿਉਂ ਕਰਦਾ? ਜੇ ਅਗਰ ਤੇਰੇ ਮਾਤਾ ਪਿਤਾ ਨੂੰ ਪਤਾ ਲੱਗੂਗਾ ਤੇ ਉਹ ਤੇ ਤੈਨੂੰ ਮਾਰਨਗੇ। ਤੇ ਬਾਲਕ ਕਹਿੰਦਾ ਮਹਾਰਾਜ ਮਾਤਾ ਪਿਤਾ ਤੇ ਜਦੋਂ ਮਾਰਨਗੇ ਉਦੋਂ ਹੀ ਮਾਰਨਗੇ ਤੇ ਤੁਸੀਂ ਮੈਨੂੰ ਹੁਣੇ ਮਾਰਦੇ ਹੋ। ਮਹਾਰਾਜ ਕਹਿੰਦੇ ਵੀ ਅਸੀਂ ਤੈਨੂੰ ਕੀ ਕਿਹਾ? ਕਹਿੰਦੇ ਮਹਾਰਾਜ ਮੈਂ ਪ੍ਰੇਮ ਦੇ ਨਾਲ ਤੁਹਾਡੇ ਕੋਲ ਲੈ ਕੇ ਆਇਆ ਤੇ ਤੁਸੀਂ ਮਨਾ ਕਰਨ ਪੰਜਾਹ ਵਾਪਸ ਲੈ ਜਾ ਘਰ ਨੂੰ। ਮਹਾਰਾਜ ਇਹ ਤੋਂ ਵੱਡੀ ਮਾਰ ਕਿਹੜੀ ਹੈ? ਤੇ ਬਾਲਕ ਦੇ ਬਚਨ ਸੁਣ ਕੇ ਮਹਾਰਾਜ ਕਹਿੰਦੇ ਨੇ ਵੀ ਉਮਰ ਤੇਰੀ ਬੱਚਿਆਂ ਵਾਲੀ ਆ, ਗੱਲਾਂ ਤੇਰੀਆਂ ਬੁੱਢਿਆਂ ਵਾਲੀਆਂ ਨੇ। ਇਉਂ ਬਚਨ ਕਰਕੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਜਦੋਂ ਬਚਨ ਕਰ ਦਿੱਤਾ ਤੇ ਇਹਨਾਂ ਦਾ ਸਰੀਰ ਜਿਹੜਾ ਸੀ, ਸਰੀਰ ਬਚਪਨ ਦਾ ਹੈ, ਚਿਹਰੇ ਤੇ ਦਾੜਾ ਆ ਗਿਆ ਹੈ ਤੇ ਬਜ਼ੁਰਗ ਦਾ ਰੂਪ ਬਣ ਗਿਆ। ਮਾਤਾ ਪਿਤਾ ਆਏ ਨੇ ਤੇ ਆਣ ਕਰਕੇ ਉਹਨਾਂ ਨੇ ਭਾਲਦੇ ਜਿਸਲੇ ਦੇਖਿਆ ਤੇ ਤੱਕ ਕੇ ਘਰ ਨੂੰ ਲਿਜਾਣਾ ਚਾਹੁੰਦੇ ਹਨ। ਜਿਸਲੇ ਇੱਕ ਦੋ ਵਾਰੀ ਕਿਹਾ ਤਾਂ ਬਾਬਾ ਜੀ ਦਾ ਮਨ ਨਹੀਂ ਮੰਨਿਆ ਤੇ ਕਹਿਣ ਲੱਗੇ ਹੁਣ ਤਾਂ ਇਹ ਬੁੱਢਾ ਬਣ ਗਿਆ, ਸਾਡੇ ਕਿਸ ਕੰਮ ਹੈ, ਹੁਣ ਠੀਕ ਹੈ, ਇਹਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਰਾਏ। ਇਉਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ।
ਸਤਿਗੁਰਾਂ ਦੀ ਮਹਾਨ ਸੇਵਾ ਕੀਤੀ, ਸਾਹਿਬ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਲਈਆਂ, ਤੇ ਬ੍ਰਹਮ ਗਿਆਨੀ ਹੋਏ, ਤਤ ਵੇਤੇ। ਬਾਬਾ ਬੁੱਢਾ ਸਾਹਿਬ ਜੀ ਦੀ ਕੁਲ ਜੜੀ ਹੈ। ਬਾਬਾ ਜੀ ਨੇ 6ਵੇਂ ਸਰੂਪ ਤੱਕ, ਦੂਜੇ ਸਰੂਪ ਤੋਂ ਲੈ ਕਰਕੇ ਗੁਰਤਾ ਗੱਦੀ ਦਾ ਤਿਲਕ ਗੁਰਸ ਨੂੰ ਬਖਸ਼ਿਸ਼ ਕਰਕੇ ਗੁਰਿਆਈ ਗੱਦੀ ਤੇ ਸ਼ੋਭਮਾਨ ਕੀਤਾ। ਉਹਨਾਂ ਤੋਂ ਬਾਅਦ ਉਹਨਾਂ ਦੀ ਵੰਸ਼ ਦਾ ਭਾਈ ਸਾਹਿਬ ਨੂੰ ਵੇਰਵਾ ਦਿੱਤਾ ਹੈ ਵੀ ਇਉਂ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੇਵਾ ਕਰਦੇ ਰਹੇ, ਤੇ ਗੁਰਤਾ ਗੱਦੀ ਦਾ ਤਿਲਕ ਬਾਬਾ ਜੀ ਦੀ ਵੰਸ਼ ਜਿਹੜੀ ਹੈ ਇਹੋ ਹੀ ਗੁਰੂ ਸਾਹਿਬ ਨੂੰ ਦਿੰਦੀ ਰਹੀ ਅਗਲੇ ਸਰੂਪਾਂ ਵਿੱਚ ਹੀ। ਭਾਵ ਸੀ ਐਸੀ ਸੁੰਦਰ ਵੰਸ਼ ਵਿੱਚ। ਸੋ ਇਸ ਪ੍ਰਕਾਰ ਭਾਈ ਰਾਮ ਕੋਇਰ ਸਾਹਿਬ ਜੀ ਹੋਏ ਨੇ। ਅੰਮ੍ਰਿਤ ਛਕ ਕੇ ਕਲਗੀਧਰ ਦੇ ਚਰਨਾਂ ਵਿੱਚ ਇਹਨਾਂ ਦਾ ਨਾਂ ਭਾਈ ਗੁਰਬਖਸ਼ ਸਿੰਘ ਜੀ ਹੋਇਆ। ਉਹਨਾਂ ਤੋਂ ਇਸ ਪ੍ਰਕਾਰ ਇਤਿਹਾਸ ਦੀ ਸ਼ੁਰੂਆਤ ਕੀਤੀ ਹੈ। ਤੋ ਜਿਸ ਵੇਲੇ ਸਰੋਤੇ ਜਨਾਂ ਨੇ ਇਸ ਤਰੀਕੇ ਦੇ ਨਾਲ ਭਾਈ ਸਾਹਿਬ ਦੇ ਬਾਰੇ ਸੁਣਿਆ, ਤੇ ਉਹਨਾਂ ਕਿਹਾ ਵੀ ਸਾਨੂੰ ਪਹਿਲਾਂ ਇਹ ਦੱਸੋ ਕਿ ਭਾਈ ਸਾਹਿਬ ਭਾਈ ਰਾਮ ਕੌਰ ਸਾਹਿਬ ਜੀ ਜਿਹਨਾਂ ਦਾ ਨਾਂ ਭਾਈ ਗੁਰਬਖਸ਼ ਸਿੰਘ ਸਾਹਿਬ ਜੀ ਹੋਇਆ, ਉਹ ਕਿਹੋ ਜਿਹੇ ਸਨ, ਕਿਹੋ ਜਿਹਾ ਜੀਵਨ ਸੀ, ਉਹਨਾਂ ਦੇ ਬਾਰੇ ਜਿਹੜਾ ਹੈ ਇਸ ਪ੍ਰਕਾਰ ਜ਼ਿਕਰ ਚੱਲ ਰਿਹਾ ਹੈ। ਤੋ ਇਹਨਾਂ ਦਾ ਰਮਦਾਸ ਨਗਰ ਸੀ ਇਸ ਪ੍ਰਕਾਰ ਅੰਮ੍ਰਿਤਸਰ ਸਾਹਿਬ ਦੇ ਨੇੜੇ, ਤੇ ਉੱਥੇ ਬਾਬਾ ਜੀ ਰਿਹਾ ਕਰਦੇ ਸਨ। ਇੱਕ ਸਮੇਂ ਸੋ ਦੱਸਿਆ ਹੈ ਕਿ ਬਾਬਾ ਜੀ ਦੀ ਵਿਵਸਥਾ ਬ੍ਰਹਮ ਬੇਤਿਆਂ ਦੀ ਸੀ, ਜੀਵਨ ਮੁਕਤਾਂ ਦੀ ਅਵਸਥਾ ਹੈ। ਜੇ ਭੋਜਨ ਛਕਣ ਲੱਗੇ ਨੇ ਤੇ ਸੇਵਾਦਾਰ ਨੂੰ ਕਹਿਣਾ, ਭਾਈ ਰਾਮਾ ਭਈ ਦੇਖਾਂ ਰਾਮਦਾਸ ਕੇ ਰੱਜ ਗਏ ਕਿ ਭੁੱਖੇ ਆ ਅਜੇ। ਸੋ ਇਸ ਪ੍ਰਕਾਰ ਦੀ ਅਵਸਥਾ। ਤੇ ਜਦੋਂ ਉਹਨਾਂ ਨੇ ਆਣ ਕੇ ਅੰਦਾਜ਼ਾ ਲਾ ਕੇ ਪੇਟ ਤੇ ਹੱਥ ਫੇਰਨਾ, ਜੀ ਠੀਕ ਹੈ ਜਿੰਨਾ ਰੋਜ਼ ਹੁੰਦਾ ਇੰਨਾ ਭੋਜਨ ਛਕ, ਕਹਿੰਦੇ ਚਲੋ ਠੀਕ ਹੈ ਫਿਰ ਰੱਜ ਗਏ। ਐਸੀ ਅਵਸਥਾ ਜੋ ਮੁਖ ਤੋਂ ਬਚਨ ਕਹਿੰਦੇ ਉਹ ਸੱਚ ਹੋ ਜਾਂਦਾ ਹੈ। ਤੋ ਨਗਰ ਦੇ ਵਿੱਚ ਸੋ ਖਿਆ ਹੋਇਆ, ਸੋ ਭਾਵ ਕੋਈ ਪੁਰਾਣੀ ਚੜ੍ਹਾਈ ਕੀਤਾ ਤੇ ਉਹਦੇ ਸੰਬੰਧ ਵਿੱਚ ਲੰਗਰ ਕੀਤਾ, ਤੇ ਸਭ ਤੋਂ ਪਹਿਲਾਂ ਬੜੀ ਸੁੰਦਰ ਘਿਓ ਵਾਲੀ ਖੀਰ ਬਣਾ ਕਰਕੇ ਸਵਾਦੀ ਤੋ ਲਿਆਣ ਕੇ ਬਾਬਾ ਜੀ ਨੂੰ ਛਕਾਈ। ਬਾਬਾ ਜੀ ਨੇ ਛਕ ਲਈ, ਛਕ ਕਰਕੇ ਹੱਥ ਧੋਤੇ, ਚੋਲਾ ਜਲ ਛਕਿਆ ਤੇ ਬਚਨ ਕੀਤਾ, ਭਾਈ ਕਾਹਦੇ ਵਾਸਤੇ ਭਈ ਲੰਗਰ ਛਕਾਇਆ, ਸਾਨੂੰ ਕੀ ਕਾਰਨ ਹੈ? ਕਹਿੰਦੇ ਮਹਾਰਾਜ ਪਿੰਡ 'ਚ ਖਿਆ ਹੋਇਆ ਹੈ। ਬਾਬਾ ਜੀ ਕਹੇ ਚੰਗਾ ਭਾਈ, ਬੜਾ ਸੁੰਦਰ ਲੰਗਰ ਛਕਾਇਆ, ਖਿਆ ਹੁੰਦੇ ਹੀ ਰਹਿਣ ਰੋਜ਼। ਰੋਜ਼ ਦਾ ਇੱਕ ਪ੍ਰਾਣੀ ਮਰਨ ਲੱਗ ਪਿਆ। 2-4 ਦਿਨ ਹੋਏ, ਰੋਜ਼ ਦਾ ਹੀ ਪ੍ਰਾਣੀ ਇਸ ਪ੍ਰਕਾਰ ਚੜ੍ਹਾਈ ਕਰ ਜਾਵੇ। ਸਭ ਨੂੰ ਫਿਕਰ ਪਿਆ, ਤਾਂ ਸਿਆਣੇ ਲੋਕਾਂ ਵਿਚਾਰ ਕੀਤੀ, ਤੇ ਉਹ ਜਿਸ ਪ੍ਰੇਮੀ ਨੇ ਲੰਗਰ ਛਕਾਇਆ ਸੀ ਉਹਨੇ ਕਹਿਣ ਲੱਗਿਆ ਵੀ ਸਾਨੂੰ ਪਤਾ ਲੱਗ ਗਿਆ ਭਈ ਭਾਈ ਰਾਮ ਕੌਰ ਸਾਹਿਬ ਜੀ ਉਹਨਾਂ ਨੇ ਬਚਨ ਕੀਤਾ ਸੀ, ਇਸ ਕਰਕੇ ਇਹ ਜਿਹੜਾ ਹੈ ਭਾਣਾ ਵਰਤਦਾ ਸਾਡੇ ਨਗਰ ਦੇ ਵਿੱਚ। ਤਾਂ ਕਹਿਣ ਲੱਗੇ ਫਿਰ ਇਦਾਂ ਕਰੋ, ਤੇ ਉਹ ਬ੍ਰਹਮ ਗਿਆਨੀ ਨੇ ਤਤਮੇ, ਤੇ ਉਹਨਾਂ ਤੋਂ ਵਾਰ ਲਓ ਹੁਣ। ਤਾਂ ਕਹਿੰਦੇ ਫਿਰ ਇਸ ਤਰੀਕੇ ਨਾਲ ਕੋਈ ਵਿਆਹ ਰਚਿਆ, ਸ਼ਾਦੀ ਖੁਸ਼ੀ ਦਾ ਰਾਜ ਕਰਕੇ ਲੰਗਰ ਤਿਆਰ ਕਰਕੇ ਤੇ ਫਿਰ ਬਾਬਾ ਜੀ ਨੂੰ ਛਕਾਇਆ। ਹੱਥ ਜੋੜ ਕੇ ਖੜੇ ਨੇ ਪ੍ਰੇਮੀ। ਬਾਬਾ ਜੀ ਲੰਗਰ ਛਕ ਕੇ ਸੁਤੇ ਸੁਭਾ ਕਹਿਣ ਲੱਗੇ ਭਈ ਕਾਹਦੇ ਵਾਸਤੇ ਲੰਗਰ ਛਕਾਇਆ? ਕਹਿਣ ਲੱਗੇ ਮਹਾਰਾਜ ਸੋ ਪਿੰਡ ਵਿੱਚ ਜੇ ਵਿਆਹ ਹੈ, ਸ਼ਾਦੀ ਹੈ, ਤੇ ਇਸ ਵਾਸਤੇ ਚੰਗਾ ਭਾਈ। ਸੋ ਲੰਗਰ ਛਕ ਕੇ ਕਹਿਣ ਲੱਗੇ ਚੰਗਾ ਭਾਈ, ਇਹ ਵਿਆਹ ਹੁੰਦੇ ਹੀ ਰਹਿਣ। ਤੋ ਇਹ ਸਾਰਿਆਂ ਨੇ ਨਮਸਕਾਰ ਕੀਤੀ ਤੇ ਬੜੇ ਖੁਸ਼ ਹੋਏ ਕਿ ਸਾਡਾ ਨਗਰ ਆਬਾਦ, ਪਹਿਲਾਂ ਉਜਾੜਾ ਸ਼ੁਰੂ ਹੋ ਗਿਆ ਸੀ, ਹੁਣ ਨਗਰ ਜਿਹੜਾ ਸਾਡਾ ਵਸ ਜਾਊਗਾ। ਇਸ ਤਰੀਕੇ ਦੇ ਨਾਲ ਸੋ ਬਾਬਾ ਜੀ ਦਾ ਇਹੋ ਜਿਹਾ ਪਵਿੱਤਰ ਜੀਵਨ ਤੇ ਬਚਨ ਸੱਤ ਸਨ। ਤੋ ਇਸ ਤਰ੍ਹਾਂ ਲਾਹੌਰੋਂ ਫੌਜ ਆਣ ਕਰਕੇ ਬਾਬਾ ਜੀ ਦਾ ਡੇਰਾ ਤੇ ਸਾਰੇ ਨਗਰ ਨੂੰ ਲੁੱਟ ਕੇ ਲੈ ਗਈ। ਜਦੋਂ ਨਵਾਬ ਨੂੰ ਪਤਾ ਲੱਗਾ, ਬਾਬਾ ਜੀ ਬਾਰੇ ਜਾਣਦਾ ਸੀ, ਆਣ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਬਾਬਾ ਜੀ ਸੋ ਕਿਰਪਾ ਕਰੋ। ਸੋ ਕੁਛ ਮੂਰਖ ਲੋਕ ਆਏ ਸਨ ਬਾਬਾ ਜੀ, ਤੁਹਾਡਾ ਇਸ ਪ੍ਰਕਾਰ ਸਮਾਨ ਲੁੱਟ ਕੇ ਲੈ ਗਏ ਨੇ, ਦੱਸੋ ਕੀ ਕੀ ਸਮਾਨ ਤੁਹਾਡਾ ਲੁੱਟਿਆ ਗਿਆ ਹੈ, ਤੇ ਇਸ ਪ੍ਰਕਾਰ ਤੁਹਾਰੇ ਮੈਂ ਵਾਪਸ ਕਰਾ ਦਿਆਂ। ਤੇ ਬਾਬਾ ਜੀ ਨੇ ਸਾਹਮਣੇ ਨਿਗਾਹ ਮਾਰੀ, ਦੇਖਿਆ ਬਾਜਾਂ ਦਾ ਅੱਡਾ ਤੇ ਉਹਨੇ ਰੇਸ਼ਮੀ ਡੋਰਾਂ ਲੰਬੀਆਂ ਨਹੀਂ ਸਨ। ਕਹਿਣ ਲੱਗੇ ਵੀ ਉਹ ਸਾਡਾ ਅੱਡਾ ਹੈ ਨਹੀਂ ਗਾ, ਜੇ ਲਿਆ ਸਕਦਾ ਤੇ ਲਿਆ ਦੇ। ਬੜਾ ਹੈਰਾਨ ਹੋਇਆ ਵੀ ਸਾਰਾ ਇਹਨਾਂ ਦਾ ਸੋ ਡੇਰਾ ਲੁੱਟਿਆ ਗਿਆ, ਵਸਤੂ ਕੋਈ ਛੱਡੀ। ਤੇ ਬਾਬਾ ਜੀ ਜੋ ਸਾਹਮਣੇ ਆਇਆ ਉਹੀ, ਬਾਕੀ ਕੋਈ ਗੱਲ ਹੀ ਨਹੀਂ ਕੀਤੀ। ਸੇਵਾਦਾਰਾਂ ਨੇ ਸਾਰੀ ਬੇਨਤੀ ਕੀਤੀ ਸੀ ਬਾਬਾ ਜੀ ਬੋਲੇ ਹੀ ਨਹੀਂ, ਮਸਤ ਸਨ, ਸਤਿਗੁਰਾਂ ਤੇ ਭਰੋਸਾ ਸੀ। ਤੇ ਇਸ ਤਰੀਕੇ ਦੇ ਨਾਲ ਸੋ ਜਿਸ ਵੇਲੇ ਨਵਾਬ ਨੇ ਸੋ ਬੇਨਤੀ ਕੀਤੀ, ਤੇ ਇਸ ਪ੍ਰਕਾਰ ਬਾਬਾ ਜੀ ਨੂੰ ਬੇਨਤੀ ਕਰਕੇ ਕਹਿੰਦਾ, ਬਾਬਾ ਜੀ ਵੀ ਤੁਸੀਂ ਇੱਦਾਂ ਕਰੋ, ਲਾਹੌਰ ਵਿੱਚ ਚਰਨ ਪਾਓ, ਨਾਲੇ ਮੇਰੇ ਘਰ ਚਰਨ ਪਾ ਦਿਓ, ਨਾਲੇ ਲਾਹੌਰ ਚਲੋ। ਬਾਬਾ ਜੀ ਨੂੰ ਮਨਾਇਆ। ਬਾਬਾ ਜੀ ਘੋੜੀ ਤੇ ਇਸ ਪ੍ਰਕਾਰ ਇੱਕ ਪਾਸੇ ਨੂੰ ਦੋਨੋਂ ਚਰਨ ਕਰਕੇ ਆਮ ਤੌਰ ਤੇ ਬੈਠਿਆ ਕਰਦੇ। ਨਵਾਬ ਬੜਾ ਹੈਰਾਨ ਹੋਇਆ ਵੀ ਇਹ ਕਿਸ ਤਰ੍ਹਾਂ ਬੈਠੇ ਨੇ। ਸੇਵਾਦਾਰ ਕਹਿਣ ਲੱਗੇ ਨਿਤ ਸਰਕਾਰ ਨੂੰ ਜਾਂਦੇ ਇਸੇ ਤਰ੍ਹਾਂ ਬੈਠਿਆ ਕਰਦੇ ਆ। ਇਉਂ ਲਾਹੌਰ ਪਹੁੰਚੇ ਨੇ। ਸੋ ਨਵਾਬ ਨੇ ਸੋ ਸਾਰੇ ਲੋਕਾਂ ਦਾ ਪਤਾ ਕੀਤਾ, ਉਹਨਾਂ ਨੂੰ ਨਾਲੇ ਸਜ਼ਾਵਾਂ ਦਿੱਤੀਆਂ, ਸਾਜੋ ਸਮਾਨ ਵਾਪਸ ਕੀਤਾ। ਤੇ ਇਸ ਪ੍ਰਕਾਰ ਬਾਬਾ ਜੀ ਇਸ ਤਰ੍ਹਾਂ ਲਾਹੌਰ ਦੇ ਵਿੱਚ ਪਹੁੰਚੇ ਨੇ। ਤੇ ਜਿਸ ਤਰੀਕੇ ਦੇ ਨਵਾਬ ਨੇ ਸੇਵਾ ਕੀਤੀ ਆ ਪ੍ਰੇਮ ਭਾਵਨਾ ਦੇ ਸਹਿਤ, ਤੋਂ
ਬਾਬਾ ਜੀ ਇਸ ਤਰੀਕੇ ਦੇ ਨਾਲ ਸੋ ਪਹੁੰਚੇ ਨੇ, ਤੇ ਜਿਸ ਤਰੀਕੇ ਦੇ ਨਾਲ ਸੋ ਕਵੀ ਜੀ ਨੇ ਸੁੰਦਰ ਇਹ ਇਤਿਹਾਸ ਵਰਣਨ ਕੀਤਾ ਹੈ। ਤੋ ਪ੍ਰਸੰਗ ਦੀ ਲੜੀ ਨੂੰ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਪਵਿੱਤਰ ਕਰਦੇ ਹੋਏ ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਬਿਨ ਲਗਾਮ ਅਸ ਬਲੀ ਪਰ। ਤੋ ਇਹੋ ਜਿਹਾ ਜਿਸ ਵੇਲੇ ਘੋੜੇ ਤੇ ਮਹਾਰਾਜ ਸਵਾਰ ਹੋਏ ਨੇ, ਤੇ ਕਹਿੰਦੇ ਉਸ ਦਾ ਕਹਿੰਦੇ ਵੀ ਇਹਦੇ ਹੁਣ ਮੂੰਹ ਚੋਂ ਕੰਡਿਆਲਾ ਕੱਢ ਦੋ। ਮੂੰਹ 'ਚ ਕੰਡਿਆਲਾ ਦਿੱਤਾ, ਲਗਾਮ ਦਿੱਤੀ ਹੁੰਦੀ ਹੈ ਲੋਹੇ ਦਾ, ਤੇ ਉਹ ਮੂੰਹ ਚੋਂ ਕੱਢ ਦਿੱਤਾ ਹੈ। ਤੇ ਇਸ ਤਰੀਕੇ ਦੇ ਨਾਲ ਬਲੀ ਘੋੜੇ ਤੇ ਸਵਾਰ ਹੋਏ। ਰਾਮ ਕੋਇਰ ਆਰੂੜ। ਭਾਈ ਰਾਮ ਕੌਰ ਸਾਹਿਬ ਜੀ ਸਵਾਰ ਹੋਏ ਹਨ। ਇੱਕ ਦਿਸ ਕਰ ਦੋਨੋਂ ਚਰਨ। ਇੱਕ ਪਾਸੇ ਨੂੰ ਹੀ ਆਮ ਤੌਰ ਤੇ ਘੋੜੇ ਤੇ ਕਾਠੀ ਪਾ ਕੇ ਦੋਨੋਂ ਪਾਸੇ ਲੱਤਾਂ ਕਰਕੇ ਸਵਾਰੀ ਕੀਤੀ ਜਾਂਦੀ ਹੈ। ਬਾਬਾ ਜੀ ਇੱਕੋ ਪਾਸੇ ਨੂੰ ਲੱਤਾਂ ਕਰਕੇ ਬੈਠਦੇ। ਬੈਠਿਓ ਜਿਸ ਮਤ ਗੂੜ। ਜਿਨ੍ਹਾਂ ਦਾ ਮਤਾ ਬੜਾ ਗੁੱਝਾ ਹੈ, ਐਸੇ ਬ੍ਰਹਮ ਗਿਆਨੀ ਭਾਈ ਰਾਮ ਕੌਰ ਸਾਹਿਬ ਜੀ ਇਉਂ ਬੈਠੇ ਹਨ। ਚਉਪਈ ਦੇਖ ਤੁਰਕ ਗਨ ਬਿਸਮੈ ਭਏ। ਤੋ ਜਿਸ ਵੇਲੇ ਨਾਲ ਫੌਜੀ ਸਨ ਉਸ ਦੇ ਨਵਾਬ ਦੇ, ਸੋ ਤੁਰਕ ਮੁਸਲਮਾਨ ਲੋਕ ਦੇਖ ਕੇ ਬੜੇ ਹੈਰਾਨ ਹੋਏ ਨੇ ਵੀ ਕੈਸੀ ਆਸ਼ਚਰਜ ਸਵਾਰੀ ਹੈ। ਇੱਕ ਦਿਸ ਚਰਨ ਅਡੁੱਲ ਗਤ ਲਏ। ਤੋ ਕਹਿੰਦੇ ਇੱਕ ਪਾਸੇ ਨੂੰ ਚਰਨ ਕਰਕੇ ਤੇ ਅਡੋਲ ਬਹਿ ਗਏ ਹਨ। ਰਾਮਾਦਾਸ ਸਾਥ ਤਬ ਖਾਨ। ਤੋ ਇਸ ਪ੍ਰਕਾਰ ਭਾਈ ਰਾਮਾ ਜੀ ਸੇਵਕ ਤੇ ਮਹਾਰਾਜ ਦੇ ਹੋਰ ਸੇਵਕ ਤੇ ਖਾਨ ਲੋਕ ਨਾਲ ਹਨ। ਬੂਝਣ ਲਾਗਿਓ ਮਨ ਹੈਰਾਨ। ਉਹ ਬੜੇ ਹੈਰਾਨ ਹੋ ਕਰਕੇ ਸੇਵਾਦਾਰ ਭਾਈ ਰਾਮਾ ਜੀ ਨੂੰ ਪੁੱਛਦੇ ਹਨ, ਕਿਮ ਆਰੂੜ ਇਹ ਭਏ ਤੁਰੰਗ। ਕਹਿੰਦੇ ਭਾਈ ਇਹ ਕਿਸ ਤਰੀਕੇ ਨਾਲ ਘੋੜੇ ਤੇ ਸਵਾਰ ਹੋਏ ਹਨ। ਗਿਰਨਾ ਪਰਹਿ ਹੋਏ ਭੰਗ ਨਾ ਅੰਗ। ਤੇ ਕਿਤੇ ਇਹ ਡਿੱਗ ਨਾ ਪੈਣ, ਕਿਤੇ ਸਰੀਰ ਦਾ ਕੋਈ ਅੰਗ ਨਾ ਭੰਗ ਹੋ ਜਾਏ। ਨਹਿ ਲਗਾਮ ਮੁਖ ਦੀਨ ਜਾਹੂ। ਤੇ ਦੇਖੋ ਨਾਲ ਘੋੜੇ ਨੂੰ ਲਗਾਮ ਵੀ ਨਹੀਂ ਦਿੱਤੀ ਹੈ ਇਹਨਾਂ ਨੇ। ਦੇਖਿਆਤ ਬਲੀ ਮਹਾ ਇਹ ਬਾਹੂ। ਤੋ ਇਹ ਵਾਹਨ ਜਿਹੜਾ ਘੋੜਾ ਹੈ ਬੜਾ ਬਲੀ ਜਾਪਦਾ ਹੈ। ਤਬ ਰਾਮੇ ਨੇ ਸਕਲ ਬਤਾਈ। ਭਾਈ ਰਾਮਾ ਜੀ ਬਾਬਾ ਜੀ ਦਾ ਜੋ ਸੇਵਾਦਾਰ ਹਜੂਰੀ ਗੜਵਈ ਸੀ, ਉਸ ਨੇ ਸਾਰੀ ਗੱਲ ਦੱਸੀ ਇਹਨਾਂ ਖਾਨਾਂ ਨੂੰ। ਇਹ ਨਿਤ ਐਸੇ ਕਰਤ ਚੜਾਈ। ਕਹਿੰਦੇ ਜੀ ਇਹ ਤਾਂ ਬਾਬਾ ਜੀ ਰੋਜ਼ ਇਸੇ ਤਰ੍ਹਾਂ ਹੀ ਘੋੜੇ ਤੇ ਸਵਾਰ ਹੋ ਚੜਾਈ ਕਰਦੇ ਐ, ਇਸੇ ਤਰ੍ਹਾਂ ਹੀ ਸਵਾਰੀ ਕਰਦੇ ਹਨ। ਬਿਨਾ ਲਗਾਮ ਭਜਾਵਹਿ ਘੋਰਾ। ਤੋ ਇਸ ਪ੍ਰਕਾਰ ਬਿਨਾਂ ਹੀ ਲਗਾਮ ਤੋਂ ਘੋੜੇ ਨੂੰ ਭਜਾਉਂਦੇ ਆ, ਇਹਨਾਂ ਕਦੇ ਲਗਾਮ ਨਹੀਂ ਪਾਈ ਘੋੜੇ ਨੂੰ। ਕਰਹਿਆ ਖੇਰ ਬਿਰਤ ਚਾਹੁ ਓਰਾ। ਤੇ ਇਸ ਪ੍ਰਕਾਰ ਚਾਰ ਚੁਫੇਰੇ ਨਗਰੀ ਦੇ ਜੰਗਲ ਦੇ ਵਿੱਚ ਸ਼ਿਕਾਰ ਬਿਰਤੀ ਕਰਨ ਜਾਇਆ ਕਰਦੇ ਰੋਜ਼ ਹੀ। ਦੋ ਦਸ ਜਾਂਗ ਕਬਹਿ ਲਟਕੰਤੇ। ਕਦੇ ਕਦੇ ਹੀ ਘੋੜੇ ਤੇ ਸਵਾਰੀ ਦੋਨੋਂ ਪਾਸੇ ਆਪਣੀਆਂ ਲੱਤਾਂ ਕਰਦੇ ਹਨ। ਨਾਹਿ ਤਾਂ ਇੱਕ ਦਿਸ ਚਰਨ ਕਰਨ ਤੇ। ਨਹੀਂ ਤਾਂ ਆਪ ਜੀ ਦੋਨੋਂ ਹੀ ਚਰਨ ਇੱਕ ਪਾਸੇ ਕਰਕੇ ਜ਼ਿਆਦਾ ਬੈਠਦੇ ਹਨ। ਬਿਸਮਹਿ ਖਾਨ ਬਾਤ ਸੁਣ ਕਰਕੇ। ਇਹ ਗੱਲ ਸੁਣ ਕਰਕੇ ਬੜੇ ਹੈਰਾਨ ਹੋਏ। ਖਾਨ ਪਠਾਨ ਲੋਕ ਘੋੜ ਸਵਾਰੀ ਹੈ ਕਰਦੇ ਨੇ ਨਿਤ, ਪਰ ਇਹ ਹੁਣ ਐਸੀ ਵੀ ਘੋੜੇ ਨੂੰ ਲਗਾਮ ਨਹੀਂ ਦੇਣੀ ਤੇ ਇੱਕੋ ਪਾਸੇ ਨੂੰ ਚਰਨ ਕਰਨੇ, ਇਹਨਾਂ ਵਾਸਤੇ ਆਸ਼ਚਰਜ ਗੱਲ ਸੀ। ਪੁਰ ਮਹਿ ਸੰਸੇ ਰਹਿਓ ਵਿਚਰ ਕੇ। ਇਹਨਾਂ ਦੇ ਹਿਰਦੇ ਵਿੱਚ ਵਿਚਾਰ ਕਰਦਿਆਂ ਸ਼ੰਕਾ ਰਹਿ ਗਈ ਵੀ ਇਹ ਸਵਾਰੀ ਕਿੱਦਾਂ ਦੀ ਹੈ। ਤਿਮ ਹੀ ਚੜੇ ਆਏ ਲਵਪੁਰ ਮੈਂ। ਤੇ ਬਾਬਾ ਜੀ ਉਸੇ ਤਰ੍ਹਾਂ ਹੀ ਸਵਾਰੀ ਕਰਕੇ ਇੱਕੋ ਪਾਸੇ ਚਰਨ ਕਰਕੇ ਲਾਹੌਰ ਵਿੱਚ ਪਹੁੰਚ ਗਏ। ਡੇਰਾ ਦੀਨਸ ਸੁੰਦਰ ਘਰ ਮੈਂ। ਬੜੇ ਸੋਹਣੇ ਘਰ ਵਿੱਚ ਬਾਬਾ ਜੀ ਨੂੰ ਡੇਰਾ ਦਿੱਤਾ ਹੈ ਨਵਾਬ ਨੇ। ਸਰਬ ਭਾਂਤ ਕੀ ਸੇਵ ਕਰਾਈ। ਸਭ ਤਰੀਕੇ ਦੇ ਨਾਲ ਯੋਗ ਸੇਵਾ ਕਰਵਾਈ ਹੈ। ਲੁੱਟੀ ਵਸਤ ਜੋ ਸਭ ਫਿਰਵਾਈ। ਜੋ ਵੀ ਸਮਾਨ ਬਾਬਾ ਜੀ ਦਾ ਲੁੱਟਿਆ ਸੀ, ਨਗਰੀ ਦਾ ਲੁੱਟਿਆ ਸੀ, ਨਵਾਬ ਨੇ ਵਾਪਸ ਕਰਵਾਇਆ। ਜਹ ਜਹ ਗਈ ਸਹੀ ਕਰ ਸਾਰੀ। ਸਾਰੀ ਜਿੱਥੇ ਜਿੱਥੇ ਵਸਤੂ ਗਈ ਸੀ ਉਸ ਨੂੰ ਸਹੀ ਨਿਸ਼ਚੈ ਕੀਤਾ। ਲਈ ਮਗਾਏ ਖਾਨ ਬਲ ਭਾਰੀ। ਤੋ ਇਸ ਪ੍ਰਕਾਰ ਭਾਰੀ ਇਹ ਬਲੀ ਸੀ, ਖਾਨ ਜਿਹੜਾ ਨਵਾਬ ਸੀ ਸਭ ਤੋਂ ਵਾਪਸ ਲਿਆਂਦਾ। ਗ੍ਰਾਮ ਵਿਖੇ ਸੋਦਈ ਪੁਚਾਏ। ਧਰਮਦਾਸ ਨਗਰੀ ਦੇ ਵਿੱਚ ਸਾਰਾ ਸਮਾਨ ਵਾਪਸ ਪਹੁੰਚਾ ਦਿੱਤਾ ਹੈ। ਅਪਰਾਧਨ ਕੋ ਦਈ ਸਜਾਏ। ਤੇ ਜਿਹਨਾਂ ਨੇ ਅਪਰਾਧ ਕੀਤਾ ਸੀ, ਗੁਨਾਹ ਕੀਤਾ ਸੀ ਐਸਾ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਖਿਤ ਪਰਖਨ ਕੇ ਪੁੰਨ ਬਿਦ ਠਾਨੀ। ਫਿਰ ਮਨ 'ਚ ਵਿਚਾਰ ਆਇਆ ਪਰਖ ਕਰਨ ਵਾਸਤੇ, ਤੋ ਬਾਬਾ ਜੀ ਦੀ ਸੋ ਪਰਖ ਕਰਨ ਵਾਸਤੇ ਨਵਾਬ ਨੇ ਸੋਚਿਆ ਖਾਨ ਮਹਮਤ ਮਾਨ ਬੇਨਾਨੀ। ਤੋ ਜਿਹਦੇ ਮਨ 'ਚ ਕੋਈ ਮਾਣ ਨਹੀਂ ਹੈ, ਬੜਾ ਸਿਆਣਾ ਹੈ। ਇੱਕ ਬੜਵਾ ਤਿਹ ਖਰੀਤ ਲੇਵੇ। ਤਬੇਲੇ ਦੇ ਵਿੱਚ ਸੋ ਇੱਕ ਕਦੇ ਘੋੜੀ ਖੜੀ ਸੀ ਇਸ ਦੇ, ਜਿਸ ਪਰ ਚੜਨ ਨੂੰ ਅਦਕ ਦੁਹੇਲੇ। ਜਿਸ ਘੋੜੀ ਤੇ ਸਵਾਰੀ ਕਰਨੀ ਬਹੁਤ ਕਠਿਨ ਸੀ। ਅਤ ਅੜੀਅਲ ਨਹਿ ਚਲੇ ਅਗਾਰੇ। ਤੋ ਇਹੋ ਜੀ ਅੜੀਅਲ ਘੋੜੀ ਸੀ ਵੀ ਜੇ ਸਵਾਰ ਉੱਤੇ ਬਹਿ ਜਾ ਅੱਬਲ ਤੈਨੂੰ ਤੁਰਨਾ ਹੀ ਨਹੀਂ, ਅੜ ਕੇ ਖੜ ਜਾਣਾ। ਖਤੇ ਕਸਾ ਬਹੁ ਪੁਛਤ ਨਿਕਾਰੇ। ਤੇ ਜੇ ਕਿਤੇ ਉਹਨਾਂ ਨੂੰ ਅਸਵਾਰ ਜਿਹੜਾ ਲਗਾਮ ਖਿੱਚ ਕੇ ਤੇ ਕੱਸ ਕੇ ਅੱਡੀਆਂ ਮਾਰੇ ਤੇ ਪਿੱਛੇ ਦੋ ਲੱਤੇ ਮਾਰਦੀ ਹਵਾ ਦੇ ਵਿੱਚ,
ਤੋ ਇਹੋ ਜਿਹੀ ਘੋੜੀ ਸੀ, ਅੜੀਲ ਸੀ ਉਹ। ਚਰਖੀ ਫਿਰ ਗੇਰਹਿ ਅਸਵਾਰ। ਤੇ ਇਸ ਪ੍ਰਕਾਰ ਤੇ ਜੇ ਉਹਨੇ ਤੁਰਨਾ ਤੇ ਇੱਕਦਮ ਦੌੜ ਕਰਕੇ ਜਿਵੇਂ ਚਰਖੀ ਫਿਰਦੀ ਆ, ਘੁੰਮ ਕਰਕੇ ਅਸਵਾਰ ਨੂੰ ਥੱਲੇ ਸੁੱਟ ਦੇਣਾ। ਇਹੋ ਜਿਹੇ ਔਗਣ ਸਨ ਉਹਦੇ ਵਿੱਚ। ਪੰਦਤ ਬ੍ਰੇਕ ਨਾ ਦੇਹ ਸੰਭਾਰ। ਇਸ ਪ੍ਰਕਾਰ ਤੋ ਇਸ ਤਰ੍ਹਾਂ ਸੋ ਫੰਦਤ ਟੱਪਦੀ ਸੀ, ਤਾਂ ਕਿ ਸੰਭਾਲ ਨਹੀਂ ਸਕਦਾ ਸੀ ਉਸਨੂੰ ਕੋਈ। ਭਾਜ ਚਲਹਿ ਤਬ ਅਟਕਹਿ ਨਾਹੀ। ਤੇ ਜੇ ਉਹ ਭੱਜ ਪਵੇ ਤੇ ਖੜੋਣਾ ਹੀ ਨਹੀਂ ਹੈ। ਇਹਨਾਂ ਨੂੰ ਮੂੰਹ ਤਾਣਾ ਕਹੀਦਾ, ਇਹਨਾਂ ਜਾਨਵਰਾਂ ਨੂੰ ਮੂੰਹ ਤਾਣਾ, ਘੋੜਾ ਜਾਂ ਘੋੜੀ। ਤੋ ਜੇ ਭੱਜ ਪਏ ਤੇ ਖੜੋਣਾ ਨਹੀਂ, ਜਿੰਨੀ ਮਰਜ਼ੀ ਲਗਾਮ ਕੋ ਖਿੱਚੇ। ਮੋਹ ਤਾਣੀ ਬਹੁ ਐਬਨ ਮਾਹੀ। ਇਹ ਮੋਹ ਤਾਣੀ ਸੀ, ਇਹੋ ਜਿਹੇ ਐਬ ਸਨ ਇਸ ਘੋੜੀ ਦੇ ਵਿੱਚ। ਕਾਨ ਤੁਰੰਗਨ ਸੋ ਮਗਵਾਈ। ਖਾਨ ਨੇ ਪਰਖ ਕਰਨ ਵਾਸਤੇ ਵੀ ਬਾਬਾ ਜੀ ਘੋੜੇ ਤੇ ਸਵਾਰ ਬਿਨਾਂ ਲਗਾਮ ਤੋਂ ਸਵਾਰੀ ਕਰਦੇ ਆ ਤੇ ਕਿੱਦਾਂ ਕਰ ਲੈਂਦੇ। ਸਾਡੀ ਘੋੜੀ ਤੇ ਕਰਕੇ ਦੇਖਣ। ਘੋੜੀ ਲਿਆਣ ਕਰਕੇ ਬਾਬਾ ਜੀ ਕੋਲ ਖੜੀ ਕਰਤੀ ਐ। ਅਰਪੀ ਰਾਮ ਕੋਇਰ ਕੇ ਤਾਈ। ਤੇ ਲਿਆ ਕਰਕੇ ਭਾਈ ਰਾਮ ਕੌਰ ਸਾਹਿਬ ਦੇ ਕੋਲ ਘੋੜੀ ਖੜੀ ਕੀਤੀ ਹੈ। ਹਾਥ ਜੋੜ ਕਰ ਬਿਨਤੀ ਠਾਨੀ। ਤੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਹੈ। ਲਿਹੋ ਉਪਾਇਨ ਬੜਵਾ ਆਨੀ। ਬਾਬਾ ਜੀ ਤੁਹਾਡੀ ਭੇਟਾ ਘੋੜੀ ਲਿਆਂਦੀ, ਮਹਾਰਾਜ ਪ੍ਰਵਾਨ ਕਰ ਲਓ। ਇਸ ਪਰ ਆਪ ਅਰੂਢਨ ਹੋਵੋ। ਇਹਦੇ ਤੇ ਤੁਸੀਂ ਸਵਾਰ ਹੋ ਜਾਓ ਮਹਾਰਾਜ। ਫਿਰ ਹੋ ਅਖੇਰ ਚਲੋ ਮਗ ਜੋਬਹੋ। ਇਸ ਪ੍ਰਕਾਰ ਤੋ ਇਸ ਘੋੜੀ ਤੇ ਸਵਾਰ ਹੋ ਕਰਕੇ ਮਹਾਰਾਜ ਇਸ ਨੂੰ ਫੇਰੋ, ਇਸ ਨੂੰ ਤੋਰ ਕੇ ਦੇਖੋ, ਨਾਲ ਰਸਤਾ ਦੇਖੋ, ਵਿਚਰੋ ਇਸ ਦੇ ਉੱਤੇ ਚੜ ਕੇ। ਐਸੀ ਰੀਤ ਭਾਵਨਾ ਮੇਰੀ। ਮੇਰੀ ਭਾਵਨਾ ਇਹ ਇਹੋ ਜਿਹੀ ਹੈਗੀ, ਜਾਣ ਲਓ। ਇਸ ਥਲ ਤੇ ਚੜ ਕਰ ਇੱਕ ਬੇਰੀ। ਇੱਕ ਵਾਰੀ ਇਸ ਘੋੜੀ ਤੇ ਸਵਾਰ ਹੋਵੋ। ਪ੍ਰਥਮ ਕਰੋ ਲਵਪੁਰ ਕੀ ਸੈਲ। ਪਹਿਲਾਂ ਤਾਂ ਇਸ ਲਾਹੌਰ ਦੀ ਸੈਲ ਕਰੋ ਮਹਾਰਾਜ, ਕਿਰਪਾ ਕਰੋ। ਪੁਨ ਨਿਜ ਗ੍ਰਾਮ ਗਮਹੋ ਸਭ ਗੈਲ। ਫਿਰ ਸਾਰਾ ਰਸਤਾ ਇਸੇ ਘੋੜੀ ਤੇ ਤੁਸੀਂ ਜਾਓ ਜੀ ਆਪਣੇ ਨਗਰ ਨੂੰ। ਮਾਰਗ ਚੱਲੇ ਜਾਹੁ ਦਿਨ ਸਾਰੇ। ਭਾਵੇਂ ਸਾਰਾ ਦਿਨ ਇਸ ਘੋੜੀ ਤੇ ਸਵਾਰ ਹੋ ਕੇ ਤੁਰੇ ਰਹੋ, ਤਗੜੀ ਘੋੜੀ ਆ, ਥੱਕੇਗੀ ਨਹੀਂ। ਉਤਰੋ ਸੰਧਿਆ ਸਦਨ ਮਝਾਰੇ। ਤੇ ਸ਼ਾਮ ਤੱਕ ਆਪਣੇ ਘਰ ਵਿੱਚ ਪੁੱਜ ਕੇ ਫਿਰ ਉਤਰ ਜਾਇਓ। ਹਿਮ ਕਹਿ ਅਰਪੋ ਪਾਇਨ ਦੀਨ। ਇਸ ਪ੍ਰਕਾਰ ਸੋ ਘੋੜੀ ਅਰਪਣ ਕੀਤੀ, ਨਾਲੇ ਹੋਰ ਭੇਟਾ ਬਾਬਾ ਜੀ ਨੂੰ ਦਿੱਤੀਆਂ ਹਨ। ਕਿਤਕ ਦਰਬ ਅਰ ਬਸਤਰ ਨਵੀਨ। ਨਵੇਂ ਨਵੇਂ ਬਸਤਰ, ਕਿਤਨਾ ਧਨ ਵੀ ਨਾਲ ਦਿੱਤਾ ਹੈ। ਅਦਕ ਭਾਵ ਤੇ ਰੁਖ ਸਦ ਕਰੇ। ਇਸ ਪ੍ਰਕਾਰ ਬੜੇ ਭਾਵਨਾ ਸਦ ਰੁਖਸਤ ਕਰੇ। ਸੋ ਬਾਬਾ ਜੀ ਨੂੰ ਇਸ ਤਰ੍ਹਾਂ ਵਿਦਾਗੀ ਦਿੱਤੀ ਹੈ। ਹੇਰ ਹੇਰ ਅਚਰਜ ਉਰ ਧਰੇ। ਤੇ ਨਾਲੇ ਵੇਖ ਵੇਖ ਕੇ ਨਵਾਬ ਹੈਰਾਨ ਹੁੰਦਾ ਹੈ ਬਾਬਾ ਜੀ ਦੇ ਕੌਤਕਾਂ ਨੂੰ। ਤਿਸ ਬੜਵਾ ਕੋ ਤਬ ਹੀ ਲਿਓ। ਤਾਂ ਬਾਬਾ ਜੀ ਨੇ ਉਦੋਂ ਹੀ ਘੋੜੀ ਲੈ ਲਈ ਹੈ। ਸੁੰਦਰ ਜੀਨ ਜਿਸੀ ਪਰ ਪਇਓ। ਜਿਹਦੇ ਤੇ ਸੋਹਣੀ ਕਾਠੀ ਪਾਈ ਹੋਈ ਸੀ। ਗਹਿ ਲਗਾਮ ਤਤਕਾਲ ਉਤਾਰਾ। ਤੇ ਪਕੜ ਕਰਕੇ ਘੋੜੀ ਦੀ ਲਗਾਮ ਲਾ ਦਿੱਤੀ। ਭਾਈ ਜਾਨਵਰ ਨੂੰ ਦੁੱਖ ਲੱਗਦਾ, ਮੂੰਹ ਚ ਕੰਡਿਆਂ ਵਾਲਾ ਲੋਹਾ ਦਿੱਤਾ ਹੁੰਦਾ, ਕਹਿੰਦੇ ਲਗਾਮ ਲਾਤੀ ਉਸ ਦੀ। ਭੇ ਸ੍ਰੀ ਰਾਮ ਕੋਰ ਅਸਵਾਰਾ। ਤੇ ਭਾਈ ਰਾਮ ਕੌਰ ਜੀ ਇਉਂ ਘੋੜੀ ਤੇ ਸਵਾਰ ਹੋ ਗਏ ਹਨ। ਸਹਿਜ ਸੁਭਾਇਕ ਸੋ ਗਮ ਨਾਈ। ਤੇ ਬੜੇ ਪ੍ਰੇਮ ਦੇ ਨਾਲ ਘੋੜੀ ਤੁਰ ਪਈ। ਭਾਵ ਹੈ ਕਿ ਬ੍ਰਹਮ ਗਿਆਨੀ ਤਤਵੇ ਤੇ ਮਹਾਂਪੁਰਖਾਂ ਦੇ ਵਸ ਹੈ ਸਭ ਕੁਝ। ਇੱਕ ਘੋੜੀ ਨੂੰ ਕੀ, ਉਹ ਤਾਂ ਜਿਹਨੂੰ ਵੀ ਚਾਹਣ ਹੁਕਮ 'ਚ ਚਲਾ ਸਕਦੇ ਨੇ, ਉਹਨਾਂ ਕੋਲੇ ਬਰਕਤ ਹੁੰਦੀ ਹੈ। ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜਦੋਂ ਇਸ ਪ੍ਰਕਾਰ ਸੰਗਤਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਿਆ ਕਰਦੇ, 10-10 ਹਜ਼ਾਰ ਸੰਗਤ ਦਾ ਇਕੱਠ ਹੋਇਆ ਕਰਦਾ। ਤੇ ਬਾਬਾ ਜੀ ਨੇ ਕਹਿਣਾ, ਜਿੰਨੀ ਸੰਗਤ ਜੁੜ ਬੈਠੀ ਗੁਰੂ ਚਰਨਾਂ ਵਿੱਚ, ਕਹਿੰਦੇ ਸਭਨਾਂ ਦੇ ਮਨ ਸਾਡੀ ਮੁੱਠ ਵਿੱਚ ਨੇ, ਜੋ ਚਾਹੀਏ ਮਨਾ ਸਕਦੇ ਆ। ਤੇ ਫਿਰ ਮਨਾਇਆ। ਜਾਤੋਂ ਦੇ ਮੋਰਚੇ ਦੇ ਵਿੱਚ ਇੱਕੋ ਦਿਨ ਵਿੱਚ 10,000 ਨੂੰ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਇਸ ਪ੍ਰਕਾਰ ਕੇਸਰੀ ਬਾਣਾ ਪਵਾ ਕਰਕੇ ਐਲਾਨ ਕਰਦਾ, ਕਹਿੰਦੇ ਜਾਤੋ ਸਾਡੀ ਇੱਥੇ ਆ ਜਾਓ, ਜੋ ਕਰਨਾ ਕਰ ਲਓ। ਬਾਬਾ ਜੀ ਦੇ ਵਾਰੰਟ ਜਾਰੀ ਸਨ। ਅੰਗਰੇਜ਼ ਅਫਸਰ ਸਿਆਣਾ ਸੀ, ਉਸ ਨੇ ਵਾਰੰਟ ਕੈਂਸਲ ਕਰਤੇ। ਕਹਿੰਦੇ ਜੇ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਨੂੰ ਇਸ ਪ੍ਰਕਾਰ ਕਿਤੇ ਗ੍ਰਿਫਤਾਰ ਕਰ ਲਿਆ ਤੇ ਹੋ ਸਕਦਾ ਸਾਨੂੰ ਦੇਸ਼ ਛੱਡਣਾ ਪੈ ਜਾਏ। ਇੱਕ ਦਿਨ ਵਿੱਚ 10,000 ਨੂੰ ਜਿਹੜੇ ਤਿਆਰ ਕਰ ਸਕਦੇ ਨੇ, ਰੋਜ਼ ਦੇ 10,000 ਤਿਆਰ ਕੀਤੇ, ਤੇ ਜੇ ਇਹਨਾਂ ਨੂੰ ਪਕੜ ਲਿਆ ਤੇ ਦੁਨੀਆ ਹੀ ਤੁਰ ਪਾਣੀ ਸਾਰੀ ਭਾਰਤ ਦੀ ਮਗਰ। ਤੇ ਕਹਿੰਦੇ ਅਸੀਂ ਚੱਲਾਂਗੇ ਕਿਵੇਂ। ਤੋ ਇਸ ਤਰ੍ਹਾਂ ਤੋਂ ਬਾਬਾ ਰਾਮ ਕੌਰ ਸਾਹਿਬ ਜੀ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਦੇ ਸੇਵਕ ਬਾਬਾ ਬੁੱਢਾ ਸਾਹਿਬ ਦੀ ਬੰਸ ਤੋਂ ਜਿਹੜੀ ਬੜੇ ਪਈ ਹੈ ਆਪੇ ਹੀ ਚੱਲੀ ਬੀਥ ਕਾ ਮਨਹੁ ਪੜਾਈ। ਵੀ ਜਿਵੇਂ ਬੜੀ ਸਿਖਾਈ ਪੜ੍ਹਾਈ ਹੁੰਦੀ ਹੈ, ਗਲੀਆਂ ਵਿੱਚ ਬੜੇ ਆਰਾਮ ਨਾਲ ਆਪਣੇ ਆਪ ਤੁਰੀ ਜਾਂਦੀ ਹੈ। ਅਨਕ ਯਤਨ ਤੇ ਜੋ ਨਹਿ ਚਾਲਤ। ਬੜੇ ਯਤਨਾਂ ਦੇ ਨਾਲ ਜੋ ਇਹਨਾਂ ਨਵਾਬ ਹੋਣਾ ਦੇ ਕੋਲੋਂ
ਇਹ ਘੋੜੀ ਚੱਲਦੀ ਨਹੀਂ ਸੀ। ਮਨ ਅਨੁਸਾਰ ਪਾਏ ਸੋ ਡਾਲਤ। ਤੋ ਬਾਬਾ ਜੀ ਜਿਵੇਂ ਚਾਹੁੰਦੇ ਨੇ ਉਹਨਾਂ ਦੇ ਅਨੁਸਾਰ ਹੋ ਕਰਕੇ ਆਪਣੇ ਪੈਰ ਧਰਦੀ ਹੈ। ਇਕ ਦਿਸ ਦੋਨੋਂ ਚਰਨ ਕਰੇ ਹੈ। ਬਾਬਾ ਜੀ ਇੱਕੋ ਪਾਸੇ ਨੂੰ ਦੋਨੋਂ ਚਰਨ ਕੀਤੇ ਹੋਏ ਨੇ। ਫੇਰਤ ਪੁਰ ਨਰ ਹਰਖ ਭਰੇ ਹੈ। ਤੇ ਦੁਨੀਆ ਦੇ ਲੋਕ ਜਿਹੜੇ ਅਸੀਂ ਭਾਈ ਦੇਖਿਆ ਭਈ ਆ ਦੇਖੋ ਮਹਾਪੁਰਸ਼, ਇਉਂ ਜਾਣ ਕਰਕੇ ਦਰਸ਼ਨ ਕਰਕੇ ਸੰਗਤਾਂ ਖੁਸ਼ ਹੋਈਆਂ। ਗਰੀ ਬਾਜ਼ਾਰ ਬਲੋਕਤ ਆਏ। ਤੋ ਗਲੀਆਂ ਚੋਂ ਬਾਜ਼ਾਰਾਂ ਨੂੰ ਦੇਖਦੇ ਹੋਏ ਚੱਲੇ ਹਨ। ਜਹਾਂ ਖਾਨ ਕੇ ਸਦਨ ਸੁਹਾਏ। ਜਿੱਥੇ ਇਸ ਨਵਾਬ ਖਾਨ ਦੇ ਘਰ ਸਨ, ਮਹਿਲ ਸਨ ਇਸ ਦੇ। ਮਹਾ ਸਮਿੰਦਰ ਨਗਰ ਮਹਿਪੂਰੀ। ਇਸ ਪ੍ਰਕਾਰ ਜਦੋਂ ਬਾਬਾ ਜੀ ਗਏ ਨੇ ਨਗਰੀ ਦੇ ਵਿੱਚ ਦੀ, ਦੇਖਿਆ ਭਈ ਸਭ ਸਮੱਗਰੀ ਨਾਲ ਪੂਰਾ ਸੋ ਖੁਸ਼ਹਾਲ ਹੈ ਨਗਰੀ ਜਿਹੜੀ ਹੈ, ਸਭ ਸਮੱਗਰੀ ਹੈ ਲੋਕਾਂ ਦੇ ਕੋਲ। ਅਨਕ ਪ੍ਰਕਾਰ ਰਚਨਾ ਰੂਰੀ। ਤੇ ਬੜੇ ਸੋਹਣੇ ਢੰਗ ਨਾਲ ਅਨੇਕ ਪ੍ਰਕਾਰ ਦੀ ਰਚਨਾ ਸੁੰਦਰ ਬਣੀ ਹੋਈ ਇਸ ਲਾਹੌਰ ਸ਼ਹਿਰ ਦੀ। ਜਹ ਕਹਿ ਨਰਨ ਭੀਰ ਸਮੁਦਾਏ। ਜਿੱਥੇ ਕਿੱਥੇ ਲੋਕਾਂ ਦੀ ਬੜੀ ਭੀੜ ਹੈ। ਭੂਖਨ ਬਸਤਰ ਪਹਿਰ ਹਰ ਖਾਏ। ਤੋ ਇਸ ਪ੍ਰਕਾਰ ਲੋਕ ਖੁਸ਼ ਨੇ, ਬਸਤਰ ਗਹਿਣੇ ਆਦਿਕ ਪਾ ਕਰਕੇ ਸਜੇ ਹੋਏ ਨੇ। ਪੁਨਹ ਖਾਨ ਨਿਜ ਬੈਠਕ ਮਾਹੇ। ਇਸ ਪ੍ਰਕਾਰ ਫਿਰ ਇਉਂ ਲਿਜਾ ਕੇ ਬਾਬਾ ਜੀ ਨੂੰ ਆਪਣੇ ਮਹਿਲਾਂ ਵਿੱਚ ਸੋਹਣੀ ਬੈਠਕ ਦੇ ਵਿੱਚ ਲੈ ਪਰਵੇਸਿਓ ਤੰਗ ਵੱਡ ਜਾਹੇ। ਇਸ ਪ੍ਰਕਾਰ ਉਹ ਤੰਗ ਜੋ ਬੜਾ ਉੱਚਾ ਮਹਿਲ ਸੀ, ਉੱਥੇ ਬੈਠਕ ਦੇ ਵਿੱਚ ਲੈ ਕਰਕੇ ਬਾਬਾ ਜੀ ਨੂੰ ਚਲੇ ਗਏ ਹਨ। ਉੱਚ ਹੈ ਖਰੇ ਹੋਏ ਦਿਖਰਾਇਓ। ਤੇ ਉੱਚੇ ਖੜੇ ਹੋ ਕਰਕੇ ਆਪਣੀ ਬੈਠਕ ਦੇ ਵਿੱਚੋਂ ਤੇ ਬਾਬਾ ਰਾਮ ਕੌਰ ਸਾਹਿਬ ਜੀ ਹੁਣਾਂ ਨੂੰ ਸੋ ਦਿਖਾਉਂਦੇ ਹਨ। ਨਿਜ ਘਰ ਅਰ ਸਭ ਨਗਰ ਸੁਹਾਇਓ। ਨਾਲੇ ਤੇ ਆਪਣਾ ਘਰ ਦਿਖਾਇਆ, ਬਾਬਾ ਜੀ ਆ ਮੇਰਾ ਰਹਿਣ ਦਾ ਮਕਾਨ ਮਹਿਲ ਹੈ। ਫਿਰ ਸਾਰੇ ਲਾਹੌਰ ਤੇ ਨਿਗਾਹ ਪਾਈ, ਦੇਖੋ ਬਾਬਾ ਜੀ ਸ਼ਹਿਰ ਲਾਹੌਰ ਇੱਥੋਂ ਦੂਰ ਤੱਕ ਦਿਸਦਾ ਹੈ। ਸਭਨ ਬਿਲੋਕਤ ਬੋਲੇ ਬਾਨੀ। ਤੇ ਬਾਬਾ ਜੀ ਸਾਰਿਆਂ ਦੇ ਦੇਖਦੇ ਆ ਨਿਗਾਹ ਮਾਰ ਕੇ ਤੇ ਬਚਨ ਕੀਤਾ। ਭਾਈ ਰਾਮ ਕੋਇਰ ਬ੍ਰਹਮ ਗਿਆਨੀ। ਭਾਈ ਰਾਮ ਕੌਰ ਸਾਹਿਬ ਜੀ ਜੋ ਬ੍ਰਹਮ ਗਿਆਨੀ ਹਨ ਸਤਿਗੁਰਾਂ ਦੇ, ਉਹਨਾਂ ਨੇ ਫਿਰ ਬਾਣੀ ਬੋਲੀ ਹੈ। ਦੋਹਰਾ ਸੁਨੋ ਖਾਨ ਰਾਮਦਾਸ ਕੀ। ਸੁਣੋ ਖਾਨ ਸਾਹਿਬ ਜੋ ਰਾਮਦਾਸ ਕੇ ਅਸੀਂ ਜੋ ਬਾਬਾ ਜੀ ਦੇ ਇਸ ਪ੍ਰਕਾਰ ਹਾਂ। ਗ੍ਰਾਮ ਉਜਾਰਿਓ ਲੂਟ। ਤੇ ਸਾਡੇ ਰਾਮਦਾਸ ਕੇ ਸੋ ਨਗਰ ਨੂੰ ਇਸ ਪ੍ਰਕਾਰ ਲੁੱਟ ਲਿਆ ਸੀ। ਵਸਤ ਕਸੋਟੀ ਸਭਨ ਤੇ। ਸਾਰਿਆਂ ਤੋਂ ਤੁਸਾਂ ਕਨੇ ਜੋ ਵਸਤੂਆਂ ਸੀ ਲੁੱਟ ਲਈਆਂ। ਗਨ ਮਨ ਜਨ ਕਹੋ ਕੂਟ। ਤੇ ਬਹੁਤ ਸੋ ਰਾਮਦਾਸ ਨਗਰ ਦੇ ਲੋਕਾਂ ਨੂੰ ਕੁੱਟਿਆ ਤੇ ਸਾਰੀਆਂ ਵਸਤੂਆਂ ਲੁੱਟੀਆਂ ਤੁਸਾਂ। ਚਉਪਈ ਸੋ ਸਗਰੀ ਤੁਮ ਨੇ ਫਿਰਵਾਈ। ਤੇ ਨਵਾਬ ਸਾਹਿਬ ਤੂੰ ਤਾਂ ਉਹ ਸਾਰੀ ਵਸਤੂ ਜਿਹੜੀ ਮੁੜਵਾ ਦਿੱਤੀ ਉਹਨਾਂ ਦੇ ਕੋਲੋਂ। ਹਮਰੋ ਗ੍ਰਾਮ ਬਸਹਿ ਪੁਨ ਆਈ। ਤੇ ਸਾਡਾ ਨਗਰ ਰਾਮਦਾਸ ਜਿਹੜਾ ਉਹ ਫਿਰ ਭਲੀ ਪ੍ਰਕਾਰ ਵਸ ਗਿਆ ਹੈ। ਤੁਮਰੋ ਨਗਰ ਜੋ ਬਸਹਿ ਬਲਿੰਦ। ਆ ਵੱਡਾ ਭਾਰੀ ਤੁਹਾਡਾ ਨਗਰ ਲਾਹੌਰ ਜਿਹੜਾ ਵਸਦਾ ਹੈ। ਹਰ ਉੱਚੇ ਘਰ ਸੈਲ ਮਨਿੰਦ। ਪਹਾੜਾਂ ਵਰਗੇ ਉੱਚੇ ਉੱਚੇ ਪਰਬਤਾਂ ਵਰਗੇ ਜਿਹੜੇ ਘਰ ਵਸਦੇ ਹਨ। ਇਹ ਜਬ ਲੁੱਟੇ ਜਾਹੇ ਉਜਾਰੇ। ਜਦੋਂ ਇਹ ਲੁੱਟ ਕੇ ਉਜਾੜੇ ਜਾਣਗੇ। ਕੌਣ ਫਿਰਾਵਹਿ ਵਸਤੂ ਸਾਰੇ। ਇਹ ਸਾਰੀਆਂ ਵਸਤੂਆਂ ਤੁਹਾਡੀਆਂ ਕੌਣ ਮੁੜਾਵੇਗਾ? ਸਾਡੀਆਂ ਤੇ ਤੂੰ ਮੋੜ ਦਿੱਤੀਆਂ। ਜਦੋਂ ਇਹ ਲਾਹੌਰ ਲੁੱਟਿਆ ਜਾਊਗਾ ਤੇ ਫਿਰ ਕੌਣ ਮੋੜੇਗਾ? ਕਰਹਿ ਕੌਣ ਇਨ ਕੀ ਰਖਵਾਰੀ। ਕੌਣ ਇਹਨਾਂ ਦੀ ਰਖਵਾਲੀ ਕਰੂਗਾ? ਕਹਾਂ ਬਸਹਿ ਇਹੋ ਨਗਰ ਨਗਰੀ ਸਾਰੀ। ਇਹ ਉਜੜ ਕਰਕੇ ਲਾਹੌਰ ਨਗਰੀ ਫਿਰ ਕਿੱਥੇ ਬਸੂ ਜਾ ਕੇ? ਸੁਨਤ ਖਾਨ ਕਹਿ ਇਹ ਕਿਆ ਆਪ। ਤੋ ਇਸ ਪ੍ਰਕਾਰ ਬੜਾ ਹੈਰਾਨ ਹੋਇਆ। ਨਵਾਬ ਕਹਿਣ ਲੱਗਾ, ਮਹਾਰਾਜ ਆਪ ਜੀ ਇਹ ਕੀ ਕਹਿ ਰਹੇ ਹੋ? ਦੇਤ ਮੋਹਿ ਅਰਪੁਰ ਕੋ ਸਰਾਪ। ਮਹਾਰਾਜ ਮੈਨੂੰ ਤੇ ਇਸ ਲਾਹੌਰ ਨਗਰੀ ਨੂੰ ਤੁਸੀਂ ਤਾਂ ਸ਼ਰਾਪ ਦੇ ਰਹੇ ਹੋ। ਹਮ ਤੋ ਸਹਿ ਸੁਭਾਇਕ ਬੂਝੇ। ਬਾਬਾ ਜੀ ਕਹਿੰਦੇ ਅਸੀਂ ਤੇ ਸੁਦੇਸ਼ ਵੀ ਪੁੱਛਿਆ ਭਾਈ, ਤੁਮ ਕੋ ਸਰਾਪ ਕੁਤੋ ਇਹ ਸੂਝੇ। ਤੈਨੂੰ ਤਾਂ ਸ਼ਰਾਪ ਲਾ, ਅਸੀਂ ਤੇ ਸੁਦੇਸ਼ ਭਾਈ ਤੈਨੂੰ ਗੱਲ ਕੀਤੀ ਆ। ਮਹਾਨਗਰ ਇਹ ਉਜਰੇ ਸਾਰਾ। ਕਹਿੰਦੇ ਇਹ ਸਾਰਾ ਹੀ, ਕਿਉਂਕਿ ਬਾਬਾ ਜੀ ਜਾਣੇ ਆਉਣ ਵਾਲੇ ਸਮੇਂ ਨੂੰ ਜਾਣਦੇ ਨੇ। ਕਹਿੰਦੇ ਸਾਰਾ ਨਗਰ ਉਜੜਨਾ ਹੈ। ਕਹਾਂ ਬਸਹਿ ਹਮ ਏਵ ਉਚਾਰਾ। ਤੇ ਅਸੀਂ ਤੇ ਉਚਾਰਿਆ ਵੀ ਉਜੜ ਜਾਊਗਾ ਤੇ ਬਸੂ ਕਿੱਥੇ ਜਾ ਕੇ? ਕਹਿੰਦੇ ਅਸੀਂ ਤੇ ਇੰਜ ਤੈਨੂੰ ਕਿਹਾ ਹੈ। ਅਮਰੀ ਵਸਤ ਤੁਮਹਿ ਫਿਰਵਾਈ। ਸਾਡੀਆਂ ਵਸਤੂਆਂ ਤੇ ਤੂੰ ਮੁੜਵਾ ਦਿੱਤੀਆਂ ਹਨ। ਤੁਮਰੀ ਲੁੱਟੇ ਕਹਾਂ ਕਰ ਆਈ। ਤੇਰੀਆਂ ਵਸਤੂਆਂ ਲੁੱਟੀਆਂ ਜਾਣਗੀਆਂ, ਕਿਹਦੇ ਹੱਥ ਆਉਣਗੀਆਂ? ਕੌਣ ਮੋੜੂਗਾ? ਸੁਨਤ ਖਾਨ ਪੁਨ ਤੂਸਨ ਰਹਿਓ। ਪਰ ਫਿਰ ਇਹ ਗੱਲ ਜਾਣ ਕਰਕੇ ਸੋ ਖਾਨ ਜਾਣਦਾ ਸੀ, ਨਵਾਬ ਜਿਹੜਾ ਸੀ ਵੀ ਬ੍ਰਹਮ ਗਿਆਨੀ ਹਨ, ਬਚਨ ਸੱਚ ਨੇ ਇਹਨਾਂ ਦੇ। ਫਿਰ ਚੁੱਪ ਕਰ ਗਿਆ ਵੀ ਕਿਤੇ ਹੋਰ ਬਚਨ ਨਾ ਕੁਛ ਕਰ ਦੇਣ, ਇਉਂ ਚੁੱਪ ਕਰ ਗਿਆ ਹੈ। ਰਾਸ ਧਰੇ ਉਰ ਕੁਛ ਨਹਿ ਕਹਿਓ। ਮਨ ਵਿੱਚ ਬੜਾ ਡਰ ਧਾਰਨ ਕੀਤਾ, ਫਿਰ ਕੁਛ ਨਹੀਂ ਆਖਿਆ ਹੈ। ਨਿਕਸੇ ਬਾਹਰ ਅਰੂਡਨ ਭਏ। ਤੇ ਬਾਬਾ ਜੀ ਉਥੋਂ ਨਿਕਲੇ ਨੇ ਉਹਨਾਂ ਦੇ ਘਰ ਦੇ ਵਿੱਚੋਂ, ਮਹਿਲ ਚੋਂ,
ਤੇ ਉਸੇ ਘੋੜੀ ਤੇ ਸਵਾਰ ਹੋ ਗਏ। ਪਹੁੰਚਨ ਹਿਤ ਨਿਜ ਗ੍ਰਾਮ ਸਦਏ। ਤੋ ਆਪਣੇ ਨਗਰੀ ਰਮਦਾਸ ਦੇ ਵਿੱਚ ਪਹੁੰਚਣ ਵਾਸਤੇ ਤੋ ਸਿਧਾਏ ਚੱਲ ਪਏ ਹਨ। ਸਨੇ ਸਨੇ ਮਾਰਗ ਚੱਲ ਪਰੇ। ਹੌਲੀ ਹੌਲੀ ਰਸਤੇ ਵਿੱਚ ਤੁਰੇ ਹਨ। ਸਕਲ ਵਸਤ ਲੈ ਸੇਵਕ ਤੁਰੇ। ਤੋ ਸੇਵਕਾਂ ਨੇ ਜੋ ਵਸਤੂਆਂ ਸਨ ਲੈ ਲਈਆਂ ਨਾਲ। ਕਹਿਓ ਖਾਨ ਨੇ ਰਹੀ ਇਹ ਸੰਗ। ਤੋ ਖਾਨ ਨੇ ਕੁਝ ਆਪਣੇ ਬੰਦੇ ਨਾਲ ਭੇਜੇ ਨੇ, ਆਪਣੇ ਜਵਾਨ, ਕਿਹਾ ਭਾਈ ਤੁਸੀਂ ਇਹਨਾਂ ਦੇ ਨਾਲ ਰਹਿਣਾ ਹੈ। ਬੜਵਾ ਤੇਜ ਕੁਚਲਨ ਕੁਢੰਗ। ਇਹ ਜਿਹੜੀ ਘੋੜੀ ਹੈ ਸੋ ਬੜੇ ਖੋਟੇ ਢੰਗ ਨਾਲ ਚੱਲਣ ਵਾਲੀ ਹੈ। ਤਿਨ ਪਿੱਛੇ ਆਪਣੇ ਜਨ ਕੇਈ। ਤੇ ਇਹਨੇ ਆਪਣੇ ਕਈ ਆਦਮੀ ਜਿਹੜੇ ਸਨ ਮਗਰ ਭੇਜੇ ਹਨ। ਪਠਬੋ ਕਰੇ ਕਹਿਓ ਸੰਗ ਤੇਈ। ਤੇ ਉਹਨਾਂ ਨੂੰ ਇਉਂ ਭੇਜ ਕੇ ਮਗਰ ਤੇ ਇਹ ਗੱਲ ਕਹੀ ਨਵਾਬ ਨੇ, ਦੂਰ ਦੂਰ ਤੁਮ ਦੇਖਤ ਜਾਇਓ। ਕਹਿੰਦੇ ਦੂਰ ਤੱਕ ਪਿੱਛੇ ਰਹਿ ਕਰਕੇ ਤੁਸੀਂ ਦੇਖਦੇ ਜਾਣਾ ਹੈ। ਗ੍ਰਹਿ ਕੇ ਨਹੀਂ ਖਬਰ ਸਭ ਲਿਆਇਓ। ਤੇ ਬਾਬਾ ਜੀ ਉੱਪਰ ਬੈਠੇ ਘੋੜੀ ਦੇ ਉੱਤੋਂ ਡਿੱਗਦੇ ਆ ਕਿ ਨਹੀਂ ਡਿੱਗਦੇ, ਸਾਰੀ ਖਬਰ ਲਿਆਇਓ, ਘਰੇ ਪਹੁੰਚਾ ਕੇ ਆਓ। ਜਬ ਲਗਾਮ ਬਿਨ ਚੜ ਕਰ ਚਾਲੇ। ਜਦੋਂ ਬਾਬਾ ਜੀ ਬਿਨਾਂ ਹੀ ਲਗਾਮ ਕੀਤੀ ਹੈ ਘੋੜੀ ਤੇ ਉੱਪਰ ਚੜ ਕੇ, ਤੇ ਬਾਬਾ ਜੀ ਇਸ ਪ੍ਰਕਾਰ ਸੋ ਚੱਲੇ ਹਨ ਸਵਾਰੀ ਕਰਕੇ। ਅਚਰਜ ਮਾਨਿਓ ਖਾਨ ਬਿਸਾਲੇ। ਉਸ ਵੇਲੇ ਨਵਾਬ ਜਿਹੜਾ ਖਾਨ ਬੜਾ ਇਸ ਪ੍ਰਕਾਰ ਅਚਰਜ ਹੈਰਾਨ ਹੋਇਆ। ਨਮਸਕਾਰ ਕਰ ਘਰ ਕੋ ਗਇਓ। ਤੇ ਬਾਬਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ ਤੇ ਘਰ ਨੂੰ ਮੁੜਿਆ ਹੈ। ਸ਼ਰਧਾ ਦ੍ਰਿੜ ਠਾਨਤ ਸੁਖ ਲਿਓ। ਤੋ ਮਨ ਵਿੱਚ ਸ਼ਰਧਾ ਹੈ, ਵਿਸ਼ਵਾਸ ਪੱਕਾ ਕਰ ਲਿਆ, ਬੜਾ ਸੁਖ ਲਿਆ ਹੈ। ਲਵਪੁਰ ਤੇ ਨਿਕਸੇ ਮਗ ਪਰੇ। ਤੋ ਜਿਸ ਵੇਲੇ ਬਾਬਾ ਜੀ ਲਾਹੌਰਪੁਰੀ ਸ਼ਹਿਰ ਚੋਂ ਨਿਕਲ ਕਰਕੇ ਆਪਣੇ ਰਸਤੇ ਤੇ ਤੁਰੇ ਹਨ। ਚੱਲਹਿ ਤੁਰੰਗਨ ਹੋਏ ਅਨਸਰੇ। ਤੋ ਇਸ ਪ੍ਰਕਾਰ ਬਾਬਾ ਜੀ ਚੱਲੇ ਨੇ। ਉਹ ਘੋੜੀ ਜਿਹੜੀ ਹੈ ਤੋ ਬਾਬਾ ਜੀ ਕਹਿੰਦੇ ਕੁਛ ਨਹੀਂ, ਜਿੱਦਾਂ ਬਾਬਾ ਜੀ ਚਾਹੁੰਦੇ ਆ ਉਸੇ ਤਰ੍ਹਾਂ ਤੁਰਦੀ ਹੈ। ਜਥਾ ਚਲਾਵਨ ਮਨ ਮਹਿ ਠਾਨੈ। ਜਿਵੇਂ ਮਨ 'ਚ ਚਾਹੁੰਦੇ ਨੇ ਵੀ ਘੋੜੀ ਹੌਲੀ ਚੱਲੇ ਜਾਂ ਹੁਣ ਦੌੜੇ, ਤੇ ਉਸੇ ਤਰ੍ਹਾਂ ਘੋੜੀ ਚੱਲਦੀ ਹੈ। ਸੁਖ ਦਾ ਗਮਨਹਿ ਤਥਾ ਮਹਾਨੇ। ਜਿਸ ਤਰ੍ਹਾਂ ਸੋ ਬਾਬਾ ਜੀ ਸੁਖ ਦੇ ਸਹਿਤ ਚੱਲ ਸਕਣ, ਇਉਂ ਘੋੜੀ ਚੱਲਦੀ ਹੈ। ਪਠੇ ਖਾਨ ਜਨ ਦੇਖਣ ਜੇਈ। ਜਿਹੜੇ ਦੇਖਣ ਵਾਸਤੇ ਪਠਾਨ ਖਾਨ ਨਵਾਬ ਨੇ ਭੇਜੇ ਸਨ ਬੰਦੇ। ਚਿਤ ਪਹਿਚਾਨਤ ਭੇ ਵਿਦ ਤੇਈ। ਉਹਨਾਂ ਨੇ ਇਹ ਸਾਰੀ ਵਿਧੀ ਪਛਾਣ ਲਈ ਹੈ ਭਈ ਘੋੜੀ ਐਡੀ ਅੜੀਅਲ, ਬੜੇ ਬੜੇ ਜਿਹੜੇ ਮਾਹਰ ਅਸਵਾਰ ਸਨ ਉਹਨਾਂ ਤੋਂ ਤਾਂ ਕਦੇ ਤੁਰੀ ਨਹੀਂ। ਤੇ ਬਾਬਾ ਜੀ ਹੁਣਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਇਸ ਨੇ ਸੋ ਜਿਹੜਾ ਨਹੀਂ ਆਪਣੇ ਔਕੜ ਨਹੀਂ ਪਾਈ ਹੈ। ਇਸ ਪ੍ਰਕਾਰ ਆਰਾਮ ਨਾਲ ਚੱਲ ਰਹੀ ਹੈ। ਇਹ ਸਾਰੀ ਉਹਨਾਂ ਨੇ ਸਮਝ ਲਈ ਗੱਲ। ਸਭਨ ਦੇਖਤੇ ਤਬਹਿ ਭਜਾਈ। ਤਾਂ ਸਾਰਿਆਂ ਨੂੰ ਦੇਖਦੇ ਆ ਬਾਬਾ ਜੀ ਅੰਤਰਜਾਮੀ ਹਨ, ਫਿਰ ਭਜਾ ਕੇ ਵੀ ਦਿਖਾਈ, ਘੋੜੀ ਭਜਾ ਦਿੱਤੀ ਹੈ। ਪੌਨ ਗੌਨ ਕੋ ਕਰ ਪਿਛਵਾਈ। ਇਤਨੀ ਤੇਜ਼ ਘੋੜੀ ਭੱਜੀ ਹੈ ਭਈ ਹਵਾ ਨੂੰ ਵੀ ਪਿੱਛੇ ਛੱਡ ਦਿੱਤਾ ਉਸਨੇ। ਜਾਤ ਗਰਦ ਅਵਲੋਕਨ ਕਰਈ। ਤੇ ਇਹ ਦੇਖਦੇ ਨੇ ਘੋੜੀ ਜਾ ਰਹੀ ਹੈ ਪਰ ਮਗਰ ਜੋ ਧੂੜ ਉੱਡਦੀ ਹੈ ਉਹੀ ਦਿਸਦੀ ਹੈ। ਨਹਿ ਬੜਵਾ ਕੋ ਅੰਗ ਨਿਹਾਰੀ। ਤੋ ਘੋੜੀ ਦਾ ਕੋਈ ਵੀ ਅੰਗ ਨਹੀਂ ਦਿਸਦਾ, ਪਿੱਛੇ ਧੂੜ ਉੱਡਦੀ ਦਿਸਦੀ ਹੈ। ਅਦਕ ਸੀਗਰਤਾ ਧਾਰ ਇਮ ਦੌਰੀ। ਇਉਂ ਤੇਜ਼ੀ ਦੇ ਨਾਲ ਕਹਿੰਦੇ ਘੋੜੀ ਦੌੜੀ ਹੈ। ਹੇਰ ਹੇਰ ਨਰ ਮਤ ਭਈ ਬੌਰੀ। ਵੇਖ ਵੇਖ ਕਰਕੇ ਮਨੁੱਖਾਂ ਦੀ ਮਤ ਜਿਹੜੀ ਹੈ ਨਾ ਬੌਲੀ ਹੋ ਗਈ ਹੈ, ਕਮਲੇ ਹੋ ਗਏ, ਹੈਰਾਨ ਹੋ ਗਏ ਹਨ। ਪਹੁੰਚੇ ਕੇਤੀ ਦੂਰ ਟਿਕਾਈ। ਬਾਬਾ ਜੀ ਕਿੰਨੀ ਕੁ ਦੂਰ ਭਜਾ ਕਰਕੇ ਘੋੜੀ ਤੇ ਫਿਰ ਉਸ ਨੂੰ ਖੜੀ ਕੀਤਾ ਹੈ, ਤੋ ਇਹ ਰੋਕਿਆ ਹੈ। ਪੁਨ ਨਰ ਗਨ ਕਹੋ ਸੋ ਦ੍ਰਿਸ਼ਟਾਈ। ਤੇ ਫਿਰ ਜਿਸਲੇ ਘੋੜੀ ਖੜੀ ਹੋ ਗਈ, ਕੁਛ ਇਹ ਕਾਫਲਾ ਅੱਗੇ ਹੋ ਗਿਆ, ਤਾਂ ਫਿਰ ਇਹਨਾਂ ਘੋੜੀ ਦਿਸੀ ਹੈ। ਇੱਕ ਦਿਸ ਚਰਨ ਕੀਏ ਅਸਵਾਰੀ। ਤੇ ਬਾਬਾ ਜੀ ਉਸੇ ਤਰ੍ਹਾਂ ਹੀ ਇੱਕ ਪਾਸੇ ਨੂੰ ਚੰਨ ਕਰਕੇ ਬੈਠੇ ਆਰਾਮ ਦੇ ਨਾਲ। ਹੇਰ ਹੇਰ ਸਭ ਬੰਧਨ ਧਾਰੀ। ਤੇ ਵੇਖ ਵੇਖ ਕੇ ਸਾਰੇ ਹੀ ਮੱਥਾ ਟੇਕਦੇ ਨੇ। ਧੰਨ ਹੈ ਸਾਸਨ, ਐਵੇਂ ਨਹੀਂ ਮੱਥੇ ਟੇਕਦੇ। ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨੇ ਕਮਾਈਆਂ ਹਨ ਤੇ ਮਹਾਰਾਜ ਦੀਆਂ ਬਖਸ਼ਿਸ਼ਾਂ ਨੂੰ ਨਮਸਕਾਰਾਂ ਹੁੰਦੀਆਂ। ਸਹਿਜ ਸੁਭਾਇਕ ਮਾਰਗ ਸਾਰੇ। ਤੇ ਸੁਤੇ ਸੁਭਾਹੀ ਸਾਰਾ ਜਿਹੜਾ ਮਾਰਗ ਰਸਤਾ ਸੀ, ਉਲੰਘ ਪਹੁੰਚ ਨਿਜ ਗ੍ਰਾਮ ਮਝਾਰੇ। ਸਾਰਾ ਰਸਤਾ ਉਲੰਘ ਕਰਕੇ ਆਪਣੇ ਨਗਰ ਰਮਦਾਸ ਵਿੱਚ ਬਾਬਾ ਜੀ ਪਹੁੰਚੇ। ਉੱਤਰ ਪਰੇ ਆਪਣੇ ਘਰ ਰਹੇ। ਤੋ ਉੱਤਰ ਕਰਕੇ ਆਪਣੇ ਘਰ ਵਿੱਚ ਟਿਕ ਗਏ ਹਨ। ਦੇਸ ਅਨਕ ਮਾਨਤ ਜਿਸ ਅਹੇ। ਜਿਨ੍ਹਾਂ ਨੂੰ ਬਹੁਤ ਸਾਰੇ ਦੇਸ਼ ਇਲਾਕੇ ਦੇ ਲੋਕ ਜਿਹੜੇ ਮੰਨਦੇ ਹਨ। ਦੋਹਰਾ ਰਾਮ ਕੌਰ ਇਸ ਭਾਤ ਭਾ। ਉਹ ਕਹਿੰਦੇ ਭਾਈ ਰਾਮ ਕੌਰ ਸਾਹਿਬ ਜੀ ਇਹੋ ਜਿਹੇ ਹੋਏ ਨੇ। ਕਵੀ ਜੀ ਕਹਿੰਦੇ ਵੀ ਤੁਹਾਨੂੰ ਥੋੜਾ ਜਿਹਾ ਦੱਸ ਦਈਏ ਭਈ ਇਹ ਕਿਹੋ ਜਿਹੇ ਗੁਰਸਿੱਖ ਹਨ। ਤਾਂ ਉਸ ਗੁਰਸਿੱਖ ਦਾ ਜੀਵਨ ਜਿਹੜਾ ਹੈ ਸੋ ਉਹਦੇ ਬਾਰੇ ਦੱਸਿਆ ਹੈ। ਢਿਗ ਦਸਵੇਂ ਪਾਤਸ਼ਾਹ। 10ਵੇਂ ਪਾਤਸ਼ਾਹ ਜੀ ਦੇ ਕੋਲ ਭਾਈ ਰਾਮ ਕੌਰ ਸਾਹਿਬ ਜੀ ਰਹੇ
ਤੇ ਇਹੋ ਜਿਹਾ ਉਹਨਾਂ ਦਾ ਜੀਵਨ ਜਿਹੜਾ ਮਹਾਰਾਜ ਨੇ ਬਖਸ਼ਿਆ ਹੈ। ਬਹੁਤ ਵਾਰਤਾ ਤਬ ਕਰੀ, ਤੋ ਬਹੁਤ ਵਾਰਤਾ ਜਿਹੜੀ ਉਸ ਵੇਲੇ ਕੀਤੀ ਹੈ ਪ੍ਰਸੰਗ, ਆਗੇ ਸੁਨੀਏ ਤਾਹੇ। ਤੋ ਕਹਿੰਦੇ ਅੱਗੇ ਹੁਣ ਸਰਵਣ ਕਰੋ। ਚਉਪਈ ਇਸ ਕੀ ਕਹੀ ਕਿਤਕ ਗੁਰ ਕਥਾ, ਤੋ ਕਹਿੰਦੇ ਨੇ ਭਾਈ ਇਹ ਭਾਈ ਰਾਮ ਕੌਰ ਸਾਹਿਬ ਜੀ ਇਹੋ ਜਿਹੇ ਸਨ, ਤੇ ਜਿਹੜੀ ਇਹਨਾਂ ਨੇ ਕੁਛ ਗੁਰੂ ਦਸਮ ਪਾਤਸ਼ਾਹ ਜੀ ਜਾਂ ਗੁਰੂਆਂ ਦੀ ਕਥਾ ਜੋ ਇਹਨਾਂ ਨੇ ਕਹੀ ਲਿਖਾਈ ਸੀ, ਸਰਬ ਸੁਨਾਮੋ ਮਮ ਮਤ ਜਥਾ। ਤੋ ਮੈਂ ਸਾਰੀ ਸੁਣਾਉਂਦਾ ਹਾਂ ਜਿਹੋ ਜੀ ਮੇਰੀ ਮਤ ਹੈ। ਮਨੀ ਸਿੰਘ ਭਏ ਬੁੱਧਵਾਨ, ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਬਹੁਤ ਸਿਆਣੇ ਜਿਹੜੇ ਮੇਰੇ ਸਤਿਗੁਰੂ ਪਾਤਸ਼ਾਹ ਦੇ ਸਾਜੇ ਨਿਵਾਜੇ ਗੁਰਸਿੱਖ ਹੋਏ ਹਨ। ਤਿਨਹੋ ਬਰਤੰਤ ਜੋ ਕੀਨ ਬਖਾਨ, ਉਹਨਾਂ ਨੇ ਵੀ ਜਿਹੜੇ ਇਸ ਪ੍ਰਕਾਰ ਪ੍ਰਸੰਗ ਜਿਹੜੇ ਨੇ ਬਿਆਨ ਕੀਤੇ ਹਨ ਸਤਿਗੁਰਾਂ ਦੇ। ਇਸ ਸੁਭ ਗ੍ਰੰਥ ਵਿਖੇ ਮੈਂ ਕਹੂੰ, ਤੋ ਕਹਿੰਦੇ ਇਸ ਸੁੰਦਰ ਗ੍ਰੰਥ ਵਿੱਚ ਉਹ ਮੈਂ ਜਿਹੜੇ ਬਚਨ ਭਾਈ ਮਨੀ ਸਿੰਘ ਸਾਹਿਬ ਨੇ ਭਾਈ ਰਾਮ ਕੌਰ ਸਾਹਿਬ ਜੀ ਨੇ ਜੋ ਲਿਖਵਾਏ ਨੇ, ਤੋ ਇਸ ਪ੍ਰਕਾਰ ਉਹ ਮੈਂ ਜਿਹੜੇ ਇਹਦੇ ਵਿੱਚ ਹੁਣ ਕਥਨ ਕਰਾਂਗਾ। ਸ੍ਰੀ ਗੁਰ ਸੋ ਜਸ ਜਹਾਂ ਤੇ ਲਹੋ, ਜਿੱਥੋਂ ਜਿੱਥੋਂ ਵੀ ਮੈਂ ਸਤਿਗੁਰੂ ਪਾਤਸ਼ਾਹ ਜੀ ਦਾ ਜਸ ਜਿਹੜਾ ਇਸ ਪ੍ਰਕਾਰ ਪ੍ਰਾਪਤ ਕੀਤਾ ਹੈ, ਤਹ ਤੇ ਕਰੋ ਬਟੋਰਨ ਸਾਰੇ। ਤੇ ਉਹ ਜਿੱਥੇ ਪਤਾ ਲੱਗਾ ਵੀ ਗੁਰੂ ਪਾਤਸ਼ਾਹ ਦੀ ਕੋਈ ਲਿਖਤ ਹੈ, ਜਸ ਹੈ, ਜਾਂ ਦਸਵੇਂ ਪਾਤਸ਼ਾਹ ਮਹਾਰਾਜ ਦਾ ਕੋਈ ਪੁਰਾਣਾ ਗੁਰਸਿੱਖ ਹੈ, ਉਥੋਂ ਕਹਿੰਦੇ ਮੈਂ ਇਕੱਠਾ ਕੀਤਾ ਗੁਰੂ ਸਾਹਿਬ ਦਾ ਇਤਿਹਾਸ। ਕਿਤਕ ਸੁਨੀ ਸਿੱਖਨ ਮੁਖ ਦੁਆਰੇ, ਕੁਛ ਕੁ ਕਥਾ ਜਿਹੜੀ ਹੈ ਗੁਰੂ ਸਾਹਿਬਾਂ ਦੀ ਗੁਰਸਿੱਖਾਂ ਦੇ ਮੁਖ ਤੋਂ ਸਰਵਣ ਕੀਤੀ ਹੈ, ਜਿਹੜਾ ਗੁਰਸਿੱਖਾਂ ਦੇ ਨਾਲ ਕੋਈ ਕੌਤਕ ਵਰਤੇ ਸਨ ਸਤਿਗੁਰਾਂ ਦੇ, ਸੋ ਸਭ ਇਸ ਮੈਂ ਲਿਖੂੰ ਬਨਾਈ। ਕਹਿੰਦੇ ਇਸ ਤਰ੍ਹਾਂ ਸੋਹਣੇ ਬਣਾ ਕਰਕੇ ਉਹ ਸਾਰੇ ਪ੍ਰਸੰਗ ਕਹਿੰਦੇ ਮੈਂ ਲਿਖਾਂਗਾ। ਸੰਦ ਬੰਦ ਕਰ ਸੁੰਦਰਤਾਈ, ਸੋਹਣੇ ਛੰਦਾਂ ਦੇ ਵਿੱਚ ਸੋ ਬੰਦ ਕਰਕੇ, ਸੋ ਛੰਦਾਬੰਦੀ ਕਰਕੇ ਇਸ ਪ੍ਰਕਾਰ ਰਚਨਾ ਦੇ ਵਿੱਚ ਐਸੀ ਸੁੰਦਰ ਕਥਾ ਨੂੰ ਬਿਆਨ ਕਰਾਂਗਾ। ਕਿਤ ਕਿਤ ਅਪਰਥਾਨ ਗੁਰ ਕਥਾ, ਤੋ ਕੁਛ ਕਥਾ ਗੁਰੂ ਸਾਹਿਬ ਦੀ ਹੋਰ ਕਈ ਥਾਵਾਂ ਤੇ, ਸੋ ਮੈਂ ਰਚੋ ਦੇਖ ਹਉ ਜਥਾ। ਜਿਹੋ ਜਿਹੀ ਕਹਿੰਦੇ ਮੈਂ ਦੇਖਾਂਗਾ ਤੋ ਉਹੋ ਜੀ ਮੈਂ ਰਚਨਾ ਕਰਾਂਗਾ। ਸ੍ਰੀ ਗੁਰ ਕੋ ਇਤਿਹਾਸ ਜਗਤ ਮਹਿ, ਜਗਤ ਵਿੱਚ ਸਤਿਗੁਰਾਂ ਦਾ ਜੋ ਪਵਿੱਤਰ ਇਤਿਹਾਸ ਹੈ, ਰਲ ਮਿਲ ਰਹਿਓ ਏਕ ਥਲ ਸਭ ਨਹਿ। ਤੋ ਇੱਕ ਥਾਂ ਤੇ ਇਕੱਠਾ ਨਹੀਂ ਸੀ, ਰਲਿਆ ਮਿਲਿਆ ਸੀ। ਕੋਈ ਥੋੜਾ ਬਹੁਤਾ ਜਿਹੜੇ ਪੜ੍ਹੇ ਲਿਖੇ ਗੁਰਸਿੱਖ ਕੁਛ ਉਹਨਾਂ ਲਿਖਤ ਵਿੱਚ ਕੀਤਾ ਸੀ, ਕੁਛ ਇਸ ਪ੍ਰਕਾਰ ਬਜ਼ੁਰਗਾਂ ਦੇ ਕੋਲ ਇਸ ਤਰ੍ਹਾਂ ਮਹਾਰਾਜ ਦੀਆਂ ਕਥਾਵਾਂ ਯਾਦ ਸਨ। ਤੋ ਕਹਿੰਦੇ ਇੱਕ ਥਾਂ ਇਕੱਠਾ ਨਹੀਂ ਸੀ, ਤੇ ਬੀਨ ਚੁਣ ਕਰਕੇ ਜਿੱਥੇ ਜਿੱਥੇ ਗੁਰੂ ਸਾਹਿਬ ਦਾ ਇਤਿਹਾਸ ਮਿਲਿਆ ਲਿਖਤ ਰੂਪ ਵਿੱਚ ਵੀ ਤੇ ਪ੍ਰਾਚੀਨ ਗੁਰਸਿੱਖਾਂ ਦੇ ਮੁਖ ਤੋਂ ਸੁਣਿਆ, ਉਹ ਇਕੱਤਰ ਕੀਤਾ ਹੈ। ਜਿਮ ਸਿਕਤਾ ਮਹਿ ਕੰਚਨ ਮਿਲੈ, ਕਹਿੰਦੇ ਜਿਸ ਤਰੀਕੇ ਦਾ ਰੇਤਾ ਦੇ ਵਿੱਚ ਸੋਨਾ ਰਲਿਆ ਹੋਵੇ, ਬੀਨ ਡਾਵਲਾ ਲੈ ਤਿਹ ਭਲੈ, ਤੇ ਉਸ ਦੀਆਂ ਸੋ ਡੌਲਾਂ ਜਿਹੜੀਆਂ ਨੇ, ਸੋ ਭਾਵ ਜਿਹੜੇ ਕਿਣਕੇ ਸੋਨੇ ਦੇ ਰੇਤਾ ਵਿੱਚ ਵੱਖਰੇ ਵੱਖਰੇ ਰਲੇ ਸਨ ਹੁੰਦੇ ਹਨ। ਤਥਾ ਜਗਤ ਤੇ ਮੈਂ ਚੁਨ ਲਿਉ, ਤੇ ਇਸ ਤਰ੍ਹਾਂ ਜਿਵੇਂ ਰੇਤ ਦੇ ਵਿੱਚੋਂ ਸੁਨਿਆਰਾ ਜਿਹੜਾ ਸੋਨਾ ਜਿਹੜਾ ਆਪਣਾ ਚੁਣ ਕੇ ਇਕੱਠਾ ਕਰ ਲੈਂਦਾ ਹੈ, ਇਸ ਤਰ੍ਹਾਂ ਕਹਿੰਦੇ ਜਗਤ ਵਿੱਚੋਂ ਜਿੱਥੇ ਜਿੱਥੇ ਮੇਰੇ ਗੁਰੂ ਸਾਹਿਬ ਦਾ ਸੁਨਹਿਰੀ ਇਤਿਹਾਸ ਜਿਹੜਾ ਹੈ, ਜਿੱਥੇ ਜਿੱਥੇ ਵੀ ਕਿਤੇ ਹੈ, ਉਹ ਮੈਂ ਇਕੱਠਾ ਕਰਕੇ ਇਸ ਤਰੀਕੇ ਦੇ ਨਾਲ ਯਤਨ ਦੇ ਨਾਲ ਇਕੱਤਰ ਕਰਕੇ ਮੈਂ ਕਥਨ ਕਰਾਂਗਾ। ਕਥਾ ਸਮਸਤ ਸੋ ਲਿਖ ਕਰ ਦੇਉ, ਉਹ ਸਮਸਤ ਕਥਾ ਜਿਹੜੀ ਹੈ ਮੈਂ ਲਿਖ ਕਰਕੇ ਸਾਧ ਸੰਗਤ ਜੀ ਤੁਹਾਨੂੰ ਅਰਪਣ ਕਰਾਂਗਾ। ਬਾਣੀ ਸਫਲ ਕਰਨ ਕੇ ਕਾਰਨ, ਤੋ ਇਸ ਪ੍ਰਕਾਰ ਬਾਣੀ ਨੂੰ ਸਫਲਾ ਕਰਨ ਵਾਸਤੇ ਕਰਹੁ ਸਤਿਗੁਰ ਸੋ ਜਸ ਉਚਾਰਨ, ਸਤਿਗੁਰਾਂ ਦਾ ਜਸ ਉਚਾਰਨ ਕਰਦਾ। ਇਹ ਸਤਿਗੁਰੂ ਪਾਤਸ਼ਾਹ ਦੇ ਬਚਨ ਗੁਰੂ ਦੀ ਬਾਣੀ ਨੂੰ ਸੁਮਾਰੇ ਦੇ ਇਤਿਹਾਸ ਨੂੰ ਸੱਚ ਕਰਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਸੋ ਕਥਨ ਕਰਦਾ ਹਾਂ ਇਤਿਹਾਸ ਨੂੰ। ਜਿਮ ਦਦ ਬਿਖੈ ਕ੍ਰਿਤ ਮਿਲ ਰਹਿ, ਕਹਿੰਦੇ ਜਿਸ ਤਰ੍ਹਾਂ ਦੁੱਧ ਦੇ ਵਿੱਚ ਘਿਓ ਮਿਲਿਆ ਹੁੰਦਾ ਹੈ, ਕਰਹਿ ਮਥਨ ਨੀਕੇ ਸੁਭ ਲਹੈ, ਜਿਹੜਾ ਉਸ ਨੂੰ ਰਿੜਕਦਾ ਹੈ ਭਲੀ ਪ੍ਰਕਾਰ ਉਹ ਸੋਹਣਾ ਵਿੱਚੋਂ ਮੱਖਣ ਘਿਓ ਕੱਢ ਲੈਂਦਾ ਹੈ। ਤਿਮ ਜਗ ਮਹਿ ਕਰ ਬਾਦ ਬਿਬਾਦੂ, ਇਉਂ ਜਗਤ ਦੇ ਵਿੱਚ ਇੱਥੇ ਬਾਦ ਵਿਵਾਦ ਤੋਂ ਮਤਲਬ ਹੈ ਵੀ ਜਿਹੜਾ ਬਾਦ ਜਿੱਥੇ ਤੇ ਸ਼ਰਧਾ ਦੇ ਨਾਲ ਕੁਛ ਮਹਾਰਾਜ ਦਾ ਇਸ ਪ੍ਰਕਾਰ ਇਤਿਹਾਸ ਹੈ, ਤੇ ਵਿਵਾਦ ਜਿੱਥੇ ਇਸ ਪ੍ਰਕਾਰ ਕੁਛ ਸੋ ਇਸ ਪ੍ਰਕਾਰ ਗੁਰੂ ਘਰ ਦੇ ਵਿਰੋਧੀ ਲੋਕਾਂ ਨੇ ਵਿਰੋਧ ਕੀਤਾ ਤੇ ਮਹਾਰਾਜ ਦਾ ਜਸ ਹੋਇਆ, ਇਸ ਪ੍ਰਕਾਰ ਕਰਕੇ ਉਹ ਸਾਰਾ ਇਕੱਤਰ ਕਰਕੇ ਮੈਂ ਲਿਖਾਂਗਾ। ਗੁਰ ਜਸ ਸੰਚੋਂ ਦੇ ਅਹਲਾਦੂ, ਤੋ ਜਿਹੜਾ ਗੁਰੂ ਦਾ ਜਸ ਆਨੰਦ ਦੇਣ ਵਾਲਾ ਹੈ ਉਹ ਮੈਂ ਇਕੱਤਰ ਕਰਕੇ ਹੁਣ ਮੈਂ ਲਿਖਾਂਗਾ। ਜਥਾ ਉਦਦ ਮਥ ਰਤਨ ਨਿਕਾਸੇ, ਜਿਸ ਤਰ੍ਹਾਂ ਕਹਿੰਦੇ ਸਮੁੰਦਰ ਨੂੰ ਰਿੜਕਿਆ ਸੀ ਤੇ ਉਹਦੇ ਵਿੱਚੋਂ 14 ਰਤਨ ਕਾਲੀਨ ਕਰ ਆਵਾ ਗੌਣ ਚਿਲਕਿਓਂ,
ਸੋ ਸਮੁੰਦਰ ਰਿੜਕੇ 14 ਰਤਨ ਜਿਵੇਂ ਕੱਢੇ ਸਨ ਦੇਵਤਿਆਂ ਦੈਂਤਾਂ ਨੇ, ਵਾਹਰ ਭਏ ਜਗ ਮਹਿਦ ਪ੍ਰਕਾਸੇ। ਤੋ ਸਮੁੰਦਰ ਦੇ ਵਿੱਚ ਤਾਂ ਸਨ ਹੀ, ਪਰ ਜਦੋਂ ਰਿੜਕਿਆ ਤੇ ਫਿਰ ਸੰਸਾਰ ਵਿੱਚ ਪ੍ਰਕਾਸ਼ਿਤ ਹੋਏ ਸਨ। ਤਿਮ ਸਤਿਗੁਰ ਕੋ ਸੋ ਜਸ ਨਿਕਾਸੂ। ਇਸ ਤਰ੍ਹਾਂ ਕਹਿੰਦੇ ਮੈਂ ਗੁਰੂ ਸਾਹਿਬ ਦਾ ਜਸ ਜਿੱਥੇ ਜਿੱਥੇ ਵੀ ਹੈ ਉਸ ਨੂੰ ਚੁਣ ਕਰਕੇ ਇਕੱਠਾ ਕਰਕੇ ਤੇ ਇਉਂ ਬਿਆਨ ਕਰਾਂਗਾ। ਸਭ ਤੇ ਸੁਨ ਇਕ ਥਾਨ ਪ੍ਰਕਾਸੂ। ਸਾਰਿਆਂ ਤੋਂ ਸੁਣ ਕਰਕੇ ਪ੍ਰਾਪਤ ਕਰਕੇ ਮੈਂ ਇੱਕ ਥਾਂ ਦੇ ਉੱਤੇ ਪ੍ਰਕਾਸ਼ ਕਰਾਂਗਾ, ਪ੍ਰਗਟ ਕਰਾਂਗਾ। ਪੂਰਬ ਮੈਂ ਸ੍ਰੀ ਨਾਨਕ ਕਥਾ। ਤੋ ਇਸ ਤੋਂ ਪਹਿਲਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋ ਕਥਾ ਹੈ, ਚੰਦਨ ਬਿਖੇ ਰਚੀ ਮਤ ਜਥਾ। ਜਿਹੋ ਜਿਹੀ ਮਹਾਰਾਜ ਨੇ ਮਤ ਬਖਸ਼ੀ ਉਹਦੇ ਅਨੁਸਾਰ ਸੋਹਣੇ ਸੰਦਾਂ ਵਿੱਚ ਰਚਨਾ ਕੀਤੀ ਹੈ। ਰਹਿਓ ਚਾਹਤੋ ਗੁਰਨ ਬਿਰਤਾਂਤ। ਮੈਂ ਚਾਹੁੰਦਾ ਰਿਹਾ ਸਤਿਗੁਰੂ ਪਾਤਸ਼ਾਹ ਦੇ ਜੋ ਪ੍ਰਸੰਗ ਇਤਿਹਾਸ ਹੈ, ਨਹਿ ਪਾਇਓ ਤਿਸ ਤੇ ਪਛਚਾਤ। ਤੋ ਕਹਿੰਦੇ ਮੈਂ ਜਦੋਂ ਚਾਹੁੰਦਾ ਤਾਂ ਸੀ ਪਰ ਮੈਨੂੰ ਪ੍ਰਾਪਤ ਜਦੋਂ ਨਹੀਂ ਸੀ ਹੋਇਆ, ਪਰਾ ਲਬਦ ਕਰ ਕਿਤ ਕਿਤ ਰਹੇ। ਕਿਉਂਕਿ ਤੋ ਭਾਈ ਸਾਹਿਬ ਕਹਿੰਦੇ ਮੈਂ ਆਪਣੀ ਪਰਾਰਬਧ ਅਨੁਸਾਰ ਕਦੇ ਕਿਤੇ ਤੇ ਕਦੇ ਕਿਤੇ ਰਿਹਾ। ਭਾਵ ਭਾਈ ਸਾਹਿਬ ਜੀ ਨੂੰ ਬਹੁਤ ਯਤਨ ਕਰਨਾ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਇਕੱਠਾ ਕਰਨਾ ਸੀ, ਲਿਖਣਾ ਸੀ, ਮਦਦ ਚਾਹੀਦੀ ਸੀ, ਇਸ ਲਈ ਕਦੇ ਕਦੇ ਕਿਤੇ ਉਹ ਰਹਿਣਾ ਪਿਆ। ਚਿਤ ਮਹਿ ਗੁਰ ਜਸ ਰਚਬੂ ਚਹੈ। ਤੇ ਮਨ ਵਿੱਚ ਚਾਹੁੰਦੇ ਸਾਂ ਵੀ ਗੁਰੂ ਸਾਹਿਬ ਦਾ ਮੈਂ ਇਤਿਹਾਸ ਇਕੱਠਾ ਵੀ ਕਰਨਾ, ਰਚਨਾ ਵੀ ਕਰਨੀ ਹੈ, ਬੜਾ ਵੱਡਾ ਕਾਰਜ ਹੈ। ਇਹਦੇ ਵਿੱਚ ਆਪਣਾ ਸਹਿਯੋਗ ਵੀ ਚਾਹੀਦਾ ਤੇ ਇਹਦੇ ਵਿੱਚ ਖਰਚਾ ਵੀ ਚਾਹੀਦਾ। ਇਉਂ ਸੋਚ ਕਰਕੇ ਕਰਮ ਕਾਲ ਕੇ ਤੇ ਕੈਂਥ ਲਿਆਏ। ਤਾਂ ਕਹਿੰਦੇ ਨੇ ਇਸ ਪ੍ਰਕਾਰ ਸੋ ਕਰਮਾਂ ਦੀ ਚਾਲ ਤੇ ਸਮੇਂ ਦੀ ਚਾਲ ਦੇ ਨਾਲ ਕਹਿੰਦੇ ਫਿਰ ਕੈਂਥਲ ਅਸੀਂ ਪਹੁੰਚ ਗਏ। ਥਿਤ ਹੋਏ ਜਪ ਜੀ ਅਰਥ ਬਨਾਏ। ਉੱਥੇ ਟਿਕ ਕੇ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਸ੍ਰੀ ਜਪਜੀ ਸਾਹਿਬ ਜੀ ਦੇ ਅਰਥ ਗਰਭਗੰਜਨੀ ਟੀਕਾ ਲਿਖਿਆ। ਪੁੰਨ ਸੰਜੋਗ ਹੋਏ ਅਸ ਗਇਓ। ਫਿਰ ਕਹਿੰਦੇ ਇਹੋ ਜਿਹਾ ਸੰਜੋਗ ਬਣ ਗਿਆ। ਰਾਮ ਚਰਿਤ ਕੋ ਮਨ ਹੁਲਸਇਓ। ਤੇ ਜੋ ਰਾਮਚੰਦਰ ਰਮਾਇਣ ਹੈ, ਭਗਵਾਨ ਰਾਮ ਜੀ ਦਾ ਜੀਵਨ, ਉਹਦੇ ਵਾਸਤੇ ਮਨ 'ਚ ਉਤਸ਼ਾਹਤ ਹੋਇਆ। ਬਾਲਮੀਕ ਕ੍ਰਿਤ ਕਥਾ ਸੁਨੀ ਜਬ। ਜਦੋਂ ਬਾਲਮੀਕੀ ਰਮਾਇਣ ਦੀ ਕਥਾ ਅਸੀਂ ਸੁਣੀ ਤਾਂ ਕਹਿੰਦੇ ਸਾਡੇ ਮਨ 'ਚ ਚਾਉ ਆਇਆ ਵੀ ਬਾਲਮੀਕੀ ਰਮਾਇਣ ਦੀ ਜਿਹੜੀ ਕਥਾ ਹੈ ਉਹ ਆਪਾਂ ਛੰਦਾਬੰਦੀ ਵਿੱਚ ਲਿਖੀਏ। ਸੰਦਨ ਬਿਖੇ ਰਚੀ ਤਬ ਹਮ ਸਭ। ਤਾਂ ਸੁਣ ਕਰਕੇ ਅਸੀਂ ਕਹਿੰਦੇ ਸਾਰੀ ਫਿਰ ਉਹ ਕਥਾ ਜਿਹੜੀ ਹੈ ਨਾ ਬਾਲਮੀਕੀ ਰਮਾਇਣ ਦਾ ਟੀਕਾ ਕਰਕੇ ਕਵਿਤਾ ਦੇ ਵਿੱਚ ਲਿਖਿਆ। ਰਾਮ ਕਥਾ ਪਾਵਨ ਵਿਸਤਾਰੀ। ਭਗਵਾਨ ਰਾਮਚੰਦਰ ਜੀ ਦੀ ਕਥਾ ਪਵਿੱਤਰ ਉਹਦਾ ਵਿਸਥਾਰ ਕੀਤਾ, ਭਾਸ਼ਾ ਦੇ ਵਿੱਚ ਸੋਹਣੀ ਸੋ ਉਚਾਰਨ ਕਰਕੇ ਲਿਖੀ। ਸੁਨ ਸਭ ਨੀਕੀ ਰੀਤ ਉਤਾਰੀ। ਫਿਰ ਕਹਿੰਦੇ ਇਸ ਪ੍ਰਕਾਰ ਸੋਹਣੀ ਸੋ ਮਰਜ਼ਾਦਾ ਅਨੁਸਾਰ, ਰੀਤੀ ਅਨੁਸਾਰ ਸੁੰਦਰ ਬਨਾਇਓ ਰਮਾਇਣ ਮਹਾ। ਤੇ ਫਿਰ ਮਹਾਨ ਜਿਹੜੀ ਰਮਾਇਣ ਹੈ ਉਸ ਨੂੰ ਅਸੀਂ ਬਣਾਇਆ। ਤਤ ਛਨ ਲਿਖ ਲੀਨਸ ਜਹ ਕਹਾ। ਤੇ ਜਿੱਥੇ ਕਿੱਥੇ ਲੋਕਾਂ ਨੇ ਫਿਰ ਬਹੁਤ ਸੌਖੀ ਉਸ ਦੇ ਉਤਾਰੇ ਕਰ ਲਏ। ਭਾਈ ਸਾਹਿਬ ਨੇ 1891 ਵਿੱਚ ਭਾਈ ਸਾਹਿਬ ਜੀ ਨੇ ਲਿਖੀ ਤਾਂ ਕਹਿੰਦੇ 1892 ਵਿੱਚ ਭਾਈ ਵੀਰ ਸੁਣੀ ਕਹਿੰਦੇ ਵੀ ਅਸੀਂ ਇਹਦਾ ਉਤਾਰਾ ਪੜਿਆ। ਭਾਵ ਐਡੀ ਛੇਤੀ ਨਾਲ ਉਤਾਰੇ ਹੋਣ ਲੱਗ ਪਏ ਸਨ ਉਸਦੇ। ਪੁੰਨ ਬਿਦਾਂਤ ਕੋ ਗ੍ਰੰਥ ਮਹਾਨ। ਫਿਰ ਜਿਹੜੇ ਵਿਦਾਂਤ ਦੇ ਕਹਿੰਦੇ ਬੜੇ ਗ੍ਰੰਥ ਹਨ। ਉਪਨਿਸ ਧਨ ਕੋ ਜਹ ਬਖਿਆਨ। ਜਿਹੜਾ ਇਸ ਪ੍ਰਕਾਰ ਜਿਹੜੇ ਵਿਦਾਂਤ ਦਾ ਉਪਨਿਸ਼ਦਾਂ ਦੇ ਵਿੱਚ ਜਿਹੜਾ ਬਿਆਨ ਕੀਤਾ ਹੋਇਆ ਵੇਦ ਹੈ, ਸ਼ਾਸਤਰ ਹਨ, ਤੇ ਫਿਰ ਵੇਦ ਦੇ ਵਿੱਚੋਂ ਜਿਸ ਤਰ੍ਹਾਂ ਸਾਡੇ ਗੁਟਕੇ ਬਣੇ ਇਸ ਤਰ੍ਹਾਂ ਦੇ ਨਾਲ ਉਪਨਿਸ਼ਦਾਂ ਬਣਾਈਆਂ ਹੋਈਆਂ ਨੇ। ਕਹਿੰਦੇ ਫਿਰ ਉਹਨਾਂ ਵਿੱਚ ਜਿਹੜਾ ਵਿਦਾਂਤ ਸੀ ਨਾ ਫਿਰ ਕਹਿੰਦੇ ਉਸ ਦੇ ਤਾਂ ਅਸੀਂ ਰਚਨਾ ਕੀਤੀ। ਆਤਮ ਕੋ ਪੁਰਾਨ ਜਿਸ ਨਾਮੂ। ਤੋ ਜਿਹੜਾ ਪੁਰਾਣ ਹੈ ਉਹਦਾ ਨਾਮ ਹੈ ਆਤਮ ਪੁਰਾਣ। ਤੋ ਕਹਿੰਦੇ ਇਸ ਪ੍ਰਕਾਰ ਉਹ ਜਿਹਦਾ ਨਾਮ ਹੈ ਸਕਲ ਬਨਾਇਓ ਸੋ ਅਬ ਰਾਮ। ਬੜਾ ਸੁੰਦਰ ਫਿਰ ਆਤਮ ਪੁਰਾਣ ਜਿਹੜਾ ਹੈ ਨਾ ਉਸ ਨੂੰ ਇਸ ਪ੍ਰਕਾਰ ਸੋਹਣਾ ਭਾਸ਼ਾ ਦੇ ਵਿੱਚ ਕਰਕੇ ਉਹਦੇ ਛੰਦ ਰਚ ਕਰਕੇ ਕਹਿੰਦੇ ਫਿਰ ਉਹ ਅਸੀਂ ਆਤਮ ਜਿਹੜਾ ਸੀ ਉਹ ਲਿਖਿਆ ਪੁਰਾਣ। ਬਹੁਤ ਬਰਖ ਬੀਤੇ ਜਬ ਲਹੇ। ਤੋ ਇਸ ਤਰ੍ਹਾਂ ਕਹਿੰਦੇ ਬਹੁਤ ਸਾਲ ਜਿਸ ਵੇਲੇ ਅਸੀਂ ਜਾਣ ਲਿਆ ਗੁਜ਼ਰ ਗਏ ਤਾਂ ਗੁਰ ਜਸ ਰਚਨ ਚਾਹਤੇ ਰਹੇ। ਕਹਿੰਦੇ ਮਨ ਵਿੱਚ ਚਾਹ ਸੀ ਵੀ ਗੁਰੂ ਸਾਹਿਬ ਦਾ ਜਸ ਜ਼ਰੂਰ ਲਿਖਣਾ, ਇਉਂ ਚਾਹੁੰਦੇ ਰਹੇ ਤੇ ਉਹਦੇ ਅਨੁਸਾਰ ਕਹਿੰਦੇ ਫਿਰ ਇਹ ਜਿੱਦਾਂ ਜਿੱਦਾਂ ਸਮਾਂ ਬਣਿਆ ਫਿਰ ਇਹ ਗ੍ਰੰਥ ਅਸੀਂ ਲਿਖੇ ਪਹਿਲਾਂ। ਪੁਰ ਅਬਲਾਖਾ ਨਿਤ ਕੀ ਮੇਰੀ। ਤਾਂ ਕਹਿੰਦੇ ਜਿਨ ਨਿਤ ਮੇਰੇ ਮਨ ਦੀ ਜਿਹੜੀ ਇੱਛਾ ਸੀ ਸਤਿਗੁਰ ਕਿਰਪਾ ਦ੍ਰਿਸ਼ਟ ਕਰ ਹੇਰੀ। ਤੇ ਮੇਰੇ ਸਤਿਗੁਰੂ ਪਾਸ਼ਾ ਨੇ ਕਿਰਪਾ ਦ੍ਰਿਸ਼ਟੀ ਨਾਲ ਜਦੋਂ ਤੱਕਿਆ ਹੈ ਭਇਓ ਅਚਾਨਕ ਸੰਚੇ ਆਈ। ਤਾਂ ਕਹਿੰਦੇ ਨੇ ਅਚਨਚੇਤ ਹੀ ਸੋ ਕਹਿੰਦੇ ਫਿਰ ਮਹਾਰਾਜ ਦੀ ਮਹਿਮਾ ਜੋ ਸੀ ਇਹ ਇਤਿਹਾਸ ਜਿਹੜਾ ਮੇਰੇ ਕੋਲ ਸੰਚੇ ਇਕੱਠਾ ਹੋਇਆ। ਸਰਬ ਗੁਰਨ ਕੋ ਜਸ ਸਮੁਦਾਈ। ਜੋ ਸਾਰੇ ਗੁਰੂ ਸਾਹਿਬਾਂ ਦਾ ਸੁੰਦਰ ਜਸ ਹੈ ਉਹ ਫਿਰ ਸਾਡੇ ਪਾਸ ਇਕੱਠਾ ਹੋਇਆ। ਚਾਹਤ ਭਏ ਆਪ ਗੁਰ ਜਬ ਹੂੰ। ਕਹਿੰਦੇ ਜਦੋਂ ਸਤਿਗੁਰੂ ਜੀ ਨੇ ਚਾਹਿਆ ਕਹਿੰਦੇ ਮੇਰੀ ਇੱਛਾ ਤੇ ਬਹੁਤ ਸਮੇਂ ਦੀ ਸੀ
ਪਰ ਜਦੋਂ ਗੁਰੂ ਪਾਤਸ਼ਾਹ ਜੀ ਦੀ ਇੱਛਾ ਬਣੀ ਤਾਂ ਭਾ ਸੰਚੇ 10 ਗੁਰ ਜਸ ਸਭ ਹੂੰ। ਦਸਾਂ ਹੀ ਗੁਰੂਆਂ ਦਾ ਇਤਿਹਾਸ ਮੇਰੇ ਕੋਲ ਕਹਿੰਦੇ ਫਿਰ ਇਕੱਠਾ ਹੋ ਗਿਆ। ਫੇਰ ਉਮੰਗ ਮੋਹਿ ਮਨ ਆਈ। ਤਾਂ ਕਹਿੰਦੇ ਫਿਰ ਮੇਰੇ ਮਨ ਵਿੱਚ ਉਮੰਗ, ਇੱਛਾ, ਉਤਸ਼ਾਹ ਬਣਿਆ। ਕਰਨ ਲੱਗਿਓ ਇਹ ਗ੍ਰੰਥ ਸੁਹਾਈ। ਫਿਰ ਕਹਿੰਦੇ ਇਹ ਜਿਹੜਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਸੋਹਣਾ, ਕਹਿੰਦੇ ਫਿਰ ਮੈਂ ਸ਼ੁਰੂ ਕੀਤਾ ਲਿਖਣਾ। ਰਾਮ ਕੋਇਰ ਕੇ ਮੁਖ ਤੇ ਕਥਾ। ਜਿਹੜੀ ਭਾਈ ਰਾਮ ਕੌਰ ਸਾਹਿਬ ਜੀ ਦੇ ਮੁਖ ਤੋਂ ਜਿਹੜੀ ਕਥਾ ਉਚਾਰਨ ਹੋਈ, ਵਰਨੋ ਸਭ ਮੈਂ ਹੋਈ ਜਥਾ। ਉਹ ਵਰਣਨ ਕਰਦੇ ਹਾਂ ਜਿਸ ਤਰ੍ਹਾਂ ਹੋਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਕਿਰਪਾਲਾ। ਕਿਰਪਾਲੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ ਦੇਸ ਤਜ ਇਹ ਜਿਸ ਕਾਲਾ। ਜਦੋਂ ਇਸ ਮਦਰ ਦੇਸ਼ ਪੰਜਾਬ ਦੇਸ਼ ਨੂੰ ਛੱਡ ਕੇ ਜਦੋਂ ਇੱਥੋਂ ਗਏ ਹਨ ਦੱਖਣ ਨੂੰ, ਮਿਲਿਓ ਤਬੇ ਵਿਚਰਨ ਨਹਿ ਚਾਹਿਓ। ਉਦੋਂ ਇਸ ਪ੍ਰਕਾਰ ਭਾਈ ਰਾਮ ਕੌਰ ਸਾਹਿਬ ਜੀ ਮਿਲੇ ਹੋਏ ਸਨ, ਗੁਰੂ ਸਾਹਿਬ ਨੂੰ ਵਿਛੜਨਾ ਚਾਹੁੰਦੇ ਨਹੀਂ ਸਨ। ਨਿਤ ਦਰਸ਼ਨ ਕਰਹੂੰ ਬਚ ਕਹਿਓ। ਤੇ ਬਚਨ ਕੀਤਾ, ਮਹਾਰਾਜ ਮੈਂ ਤੁਹਾਡੇ ਨੂੰ ਦੂਰ ਨਹੀਂ ਜਾਣਾ ਚਾਹੁੰਦਾ, ਨਿਤ ਮੈਂ ਤੁਹਾਡੇ ਦਰਸ਼ਨ ਕਰਦਾ ਹਾਂ। ਇਸ ਕੇ ਮਨ ਕੀ ਸਤਿਗੁਰ ਜਾਨ। ਸਤਿਗੁਰਾਂ ਨੇ ਇਹਨਾਂ ਦੇ ਮਨ ਦੀ ਜਦੋਂ ਜਾਣ ਲਈ, ਕਿਰਪਾ ਧਾਰ ਇਮਕੀਨ ਬਖਾਨ। ਤਾਂ ਕਿਰਪਾ ਕਰਕੇ 10ਵੇਂ ਪਾਤਸ਼ਾਹ ਮਹਾਰਾਜ ਨੇ ਇਉਂ ਬਚਨ ਦਿੱਤਾ ਫਿਰ ਇਹਨਾਂ ਦੇ ਤਾਈਂ। ਚੜ੍ਹੋ ਅਖੀਰ ਦਰਸ ਤਹਿ ਪਾਇਆ ਹੋ। ਤੋ ਕਹਿੰਦੇ ਠੀਕ ਹੈ, ਤੁਸੀਂ ਨਗਰੀ ਵਿੱਚ ਰਹੋ, ਜੋ ਤੁਹਾਡੀ ਇੱਛਾ ਹੈ ਸਾਡੇ ਦਰਸ਼ਨ ਕਰਨ ਦੀ। ਤੋ ਜਦੋਂ ਤੁਸੀਂ ਨਿਤਨੇਮ ਤੋਂ ਵਿਹਲੇ ਹੋ ਕਰਕੇ ਇਸ ਪ੍ਰਕਾਰ ਸੋ ਸ਼ਿਕਾਰ ਦੇ ਬਹਾਨੇ ਤੁਸੀਂ ਜੰਗਲ 'ਚ ਜਾਇਆ ਕਰੋਗੇ ਤੇ ਸਾਡੇ ਦਰਸ਼ਨ ਤੁਸੀਂ ਕਰ ਲਿਆ ਕਰੋਗੇ। ਆਪਣੀ ਇੱਛਾ ਪੂਰ ਕਰੇ ਹੋ। ਤੇ ਇਉਂ ਤੁਸੀਂ ਆਪਣੀ ਇੱਛਾ ਪੂਰੀ ਕਰਿਆ ਕਰੋਗੇ। ਜਦੋਂ ਸ਼ਿਕਾਰ ਲਈ ਚੜ੍ਹ ਕੇ ਜੰਗਲ 'ਚ ਜਾਓਗੇ ਇੱਕ ਵਾਰੀ ਸਾਡਾ ਦਰਸ਼ਨ ਤੈਨੂੰ ਹੋ ਜਾਇਆ ਕਰੇਗਾ। ਸੁਨ ਘਰ ਗਇਓ ਆਨੰਦ ਮਹਿ ਮਗਨ। ਇਉਂ ਆਨੰਦ ਵਿੱਚ ਮਗਨ ਹੋ ਕਰਕੇ ਭਾਈ ਰਾਮ ਕੌਰ ਸਾਹਿਬ ਜੀ ਆਪਣੇ ਘਰੇ ਚਲੇ ਗਏ। ਕਲਗੀ ਧਾਰ ਕੀ ਲਾਗੀ ਲਗਨ। ਹੁਣ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਦੀ ਲਗਨ ਲੱਗੀ ਹੋਈ ਹੈ, ਮਨ ਵਿੱਚ ਪ੍ਰੇਮ ਲੱਗਾ ਹੋਇਆ ਹੈ। ਸ੍ਰੀ ਸਤਿਗੁਰ ਪਹਿ ਵਿਛਰਿਓ ਜਬ ਤੇ। ਜਦੋਂ ਤੋਂ ਸਤਿਗੁਰੂ ਪਾਤਸ਼ਾਹ ਤੋਂ ਵਿਛੜੇ ਭਾਈ ਰਾਮ ਕੌਰ ਸਾਹਿਬ ਜੀ, ਚੜ੍ਹੈ ਅਖੀਰ ਨੇਮ ਕਰ ਤਬ ਤੇ। ਤੇ ਇਹਨਾਂ ਦਾ ਨਿਯਮ ਸੀ, ਸੋ ਹਨੇਰੀ ਹੋਵੇ, ਝੱਖੜ ਹੋਵੇ, ਮੀਂਹ ਹੋਵੇ, ਠੰਡ ਗਰਮੀ, ਇਹਨਾਂ ਨੇ ਜ਼ਰੂਰ ਹੀ ਸ਼ਿਕਾਰ ਬਿਰਤੀ ਵਾਸਤੇ ਜਾਣਾ ਹੀ ਜਾਣਾ। ਸ਼ਿਕਾਰ ਦਾ ਤੇ ਬਹਾਨਾ ਸੀ, ਦਰਸ਼ਨ ਕਲਗੀਧਰ ਪਾਤਸ਼ਾਹ ਦੇ ਕਰਿਆ ਕਰਨੇ ਸਨ। ਗਮਨਹਿ ਬਾਹਰ ਜਾਏ ਉਦਿਆਨ। ਜਾਂਦੇ ਨੇ ਉਦਿਆਨ ਜੰਗਲ ਦੇ ਵਿੱਚ ਬਾਹਰ। ਦਰਸਹਿ ਸਤਿਗੁਰ ਕਿਰਪਾ ਨਿਧਾਨ। ਕਿਰਪਾ ਦੇ ਖਜ਼ਾਨੇ ਧੰਨ ਸ਼ਹਿਨਸ਼ਾਹ ਪਿਤਾ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਿਆ ਕਰਦੇ ਰੋਜ਼ਾਨਾ ਹੀ। ਜਾਬਦ ਨਹਿ ਸਰੀਰ ਕਹੁ ਤਿਆਗਿਓ। ਤੇ ਜਦੋਂ ਤੱਕ ਭਾਈ ਗੁਰਬਖਸ਼ ਸਿੰਘ ਜੀ ਹੁਣਾਂ ਨੇ ਆਪਣਾ ਸਰੀਰ ਦਾ ਚੋਲਾ ਤਿਆਗਿਆ ਨਹੀਂ ਹੈ, ਤਾਬਦ ਇਸੀ ਨੇਮ ਮਹਿ ਲਾਗਿਓ। ਤਦੋਂ ਤੱਕ ਇਸੇ ਨਿਯਮ ਵਿੱਚ ਰਹੇ ਤੇ ਰੋਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ ਰਹੇ। ਕਲਗੀਧਰ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਰੋਜ਼ਾਨਾ ਦੇ ਦਰਸ਼ਨ ਸਨ ਇਹਨਾਂ ਦੇ। 50-52 ਸਾਲ ਦੀ ਉਮਰ ਬਾਅਦ ਵਿੱਚ ਹੋਈ ਹੈ ਭਾਈ ਸਾਹਿਬ ਦੀ, ਤੇ ਰੋਜ਼ ਦਾ ਦਰਸ਼ਨ ਅਖੀਰਲੇ ਸਵਾਸਾਂ ਤੱਕ ਦਰਸ਼ਨ ਕੀਤੇ ਇਹਨਾਂ ਨੇ। ਬਾਹਰ ਅਖੇਰ ਬਿਰਤ ਕੋ ਜਾਵੇ। ਜਦੋਂ ਬਾਹਰ ਸ਼ਿਕਾਰ ਬਿਰਤੀ ਵਾਸਤੇ ਜਾਇਆ ਕਰਦੇ, ਕਲਗੀਧਰ ਕੋ ਦਰਸ਼ਨ ਪਾਵੇ। ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਪ੍ਰਾਪਤ ਕਰਿਆ ਕਰਦੇ ਸਨ। ਅਵਚਲ ਨਗਰ ਗਏ ਗੁਰ ਜਬੈ। ਜਦੋਂ ਸਤਿਗੁਰੂ ਜੀ ਸੱਚਖੰਡ ਹਜੂਰ ਸਾਹਿਬ ਵਿੱਚ ਗਏ ਹਨ, ਸੱਚਖੰਡ ਪ੍ਰਾਪਤ ਭੇ ਤਬੈ। ਤਦੋਂ ਮਹਾਰਾਜ ਸਤਿਗੁਰੂ ਜੀ ਅਬਚਲ ਨਗਰ ਸੱਚਖੰਡ ਹਜੂਰ ਸਾਹਿਬ ਨੰਦੇੜ ਦਾ ਇਲਾਕਾ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਅਬਚਲ ਨਗਰੀ ਨਾਮ ਰੱਖਿਆ, ਸੱਚਖੰਡ ਨੂੰ ਗਏ। ਇਸ ਵਾਸਤੇ ਮੇਰੇ ਸ਼ਹਿਨਸ਼ਾਹ ਪਿਤਾ ਹਜੂਰ ਜੀ ਨੇ ਸਦ ਹਜੂਰ ਹਾਜ਼ਰ ਹੈ ਨਾਜ਼ਰ, ਸੱਚਖੰਡ ਜਾਣ ਲੱਗਿਆ ਇਹ ਸ਼ਬਦ ਪੜਾਇਆ ਸੀ। ਤੇ ਇਸ ਪ੍ਰਕਾਰ ਤੋਂ ਮੇਰੇ ਸ਼ਹਿਨਸ਼ਾਹ ਪਿਤਾ ਸਾਧੂ ਸੱਚਖੰਡ ਗਮਨ ਕੀਤਾ। ਜਦੋਂ ਮਦਰ ਦੇਸ਼ ਮੈਂ ਤਿੰਨ ਤੇ ਪਾਛੇ। ਤਾਂ ਇਹ ਮਦਰ ਦੇਸ਼ ਜਿਹੜਾ ਇਹ ਮਾਝੇ ਦਾ ਇਲਾਕਾ ਹੈ, ਉਹ ਸਤਿਗੁਰਾਂ ਦੇ ਸੱਚਖੰਡ ਜਾਣ ਤੋਂ ਬਾਅਦ ਵਿੱਚ ਇਸ ਇਲਾਕੇ ਦੇ ਅੰਦਰ ਰਹੇ ਜੋ ਸਿੰਘ ਰਹਿਤ ਮਹਿ ਆਛੇ। ਜਿਹੜੇ ਰਹਿਤ ਮਹਿਤ ਵਿੱਚ ਪਰਪੱਕ ਗੁਰੂ ਦੇ ਖਾਲਸੇ ਗੁਰੂ ਦੇ ਸਿੰਘ ਸਨ, ਸੋ ਇਨਕੇ ਦਰਸ਼ਨ ਕਹੋ ਗਏ। ਉਹ ਇਕੱਠੇ ਹੋ ਕਰਕੇ ਭਾਈ ਰਾਮਕੌਰ ਸਾਹਿਬ ਜੀ ਗੁਰਬਖਸ਼ ਸਿੰਘ ਜੀ ਹੁਣਾਂ ਦੇ ਕੋਲ ਸੋ ਰਮਦਾਸ ਨਗਰ ਵਿੱਚ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਕੇ ਗਏ। ਹਾਥ ਜੋੜ ਕਰ ਬੰਦਤ ਭਏ। ਹੱਥ ਜੋੜ ਕਰਕੇ ਤੇ ਨਮਸਕਾਰ ਕੀਤੀ ਬਾਬਾ ਜੀ ਨੂੰ ਉਹਨਾਂ ਨੇ। ਰਹੇ ਨਿਕਟ ਗੁਰ ਸੋ ਜਸ ਉਚਾਰਤ। ਇਸ ਪ੍ਰਕਾਰ ਉਹ ਫਿਰ ਗੁਰਸਿੱਖ ਜੁੜੇ ਰਹੇ ਕੋਲ, ਤੇ ਭਾਈ ਸਾਹਿਬ ਜੀ ਇਸ ਪ੍ਰਕਾਰ ਗੁਰੂ ਸਾਹਿਬਾਂ ਦਾ ਜਸ ਉਚਾਰਦੇ ਰਹੇ। ਪੁਰ ਮਹਿ ਪਰਮ ਪ੍ਰੇਮ ਕਹੋ ਧਾਰਤ। ਬੜਾ ਭਾਰੀ ਹਿਰਦੇ 'ਚ ਪ੍ਰੇਮ ਧਾਰਨ ਕਰਕੇ ਪ੍ਰੇਮੀ ਜਨ ਦੇਖੋ ਕਹਾਂ ਚਲਤ ਕਰ ਗਏ। ਤੇ ਇਸ ਪ੍ਰਕਾਰ ਇਹਨਾਂ ਨੇ ਸੋ ਗੁਰਸਿੱਖਾਂ ਨੇ ਜਾ ਕੇ ਬੇਨਤੀ ਕੀਤੀ, ਮਹਾਨ ਸਾਡੇ ਪ੍ਰੇਮੀ ਧੰਨ ਕਲਗੀਧਰ ਪਾਤਸ਼ਾਹ ਦੇਖੋ ਕੀ ਕੌਤਕ ਕਰਕੇ ਚਲੇ ਗਏ ਹਨ ਸੱਚਖੰਡ ਨੂੰ। ਰਣ ਮਹਾਨ ਕਮਸਾਨਨ ਕਏ। ਤੋ ਮਹਾਰਾਜ ਨੇ
ਮਹਾਨ ਧਰਮ ਯੁੱਧ ਕਮਸ਼ਾਨ ਦੇ ਭਿਆਨਕ ਯੁੱਧ ਕੀਤੇ ਹਨ। ਲਾਖੋਂ ਸ਼ਤਰਨ ਕੋ ਸੰਘਾਰ ਕੈ, ਲੱਖਾਂ ਹੀ ਦੁਸ਼ਮਣਾਂ ਦਾ ਵਿਨਾਸ਼ ਕਰਕੇ ਪੰਥ ਖਾਲਸਾ ਉਤਪਤ ਕਰ ਕੈ, ਖਾਲਸਾ ਪੰਥ ਨੂੰ ਪੈਦਾ ਕਰਕੇ ਕਲਗੀਧਰ ਪਾਤਸ਼ਾਹ ਜੀ ਹੱਥ ਪੇ ਚਾਰਹੁ ਸਾਹਿਬ ਜਾਦੇ, ਤੇ ਭਾਵੇਂ ਚਾਰੇ ਸਾਹਿਬਜ਼ਾਦੇ ਵੀ ਮਹਾਰਾਜ ਦੇ ਸ਼ਹੀਦ ਹੋ ਗਏ ਹਨ, ਤਉ ਜੁਧ ਮਹਿ ਬਹੁ ਆਹਲਾਦੇ। ਫਿਰ ਵੀ ਮਹਾਰਾਜ ਧਰਮ ਯੁੱਧ ਵਿੱਚ ਬੜੇ ਆਨੰਦਿਤ ਖੁਸ਼ ਰਿਹਾ ਕਰਦੇ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋਣ ਤੋਂ ਵੀ ਮੇਰੇ ਸਤਿਗੁਰੂ ਜੀ ਕਿਸੇ ਗੱਲੋਂ ਝਵੇਂ ਨਹੀਂ, ਜੰਗ ਕਰਕੇ ਖੁਸ਼ ਹੋਇਆ ਕਰਦੇ। ਲੇਸ ਮਾਤਰ ਜਿਨ ਮੋਹ ਨਾ ਹੋਇਓ, ਜਿਨ੍ਹਾਂ ਦੇ ਹਿਰਦੇ ਵਿੱਚ ਮੋਹ ਲੇਸ਼ ਮਾਤਰ ਵੀ ਨਹੀਂ, ਥੋੜੇ ਮਾਤਰ ਵੀ ਲੇਸ ਜਿੰਨਾ ਵੀ ਕਹਿੰਦੇ ਨੇ ਮੋਹ ਨਹੀਂ ਹੋਇਆ ਹੈ। ਮਹਾਬੀਰ ਸ਼ਤਰਨ ਘਰ ਖੋਇਓ, ਤੇ ਮਹਾ ਬਹਾਦਰ ਸੂਰਮੇ ਦੁਸ਼ਮਣਾਂ ਦੇ ਘਰ ਗਵਾਏ ਜਿਹਨਾਂ ਨੇ ਨਾਸ ਕੀਤੀ ਮਹਾਰਾਜ ਨੇ। ਜਿਉ ਚਿਤ ਚਹਿਤ ਕਰਤ ਤਤ ਕਾਲਾ, ਜੋ ਕੁਛ ਮਨ ਵਿੱਚ ਚਾਹੁੰਦੇ ਸਨ ਝੱਟ ਗੁਰੂ ਕਲਗੀਧਰ ਪਾਤਸ਼ਾਹ ਜੀ ਕਰਦੇ ਸਨ। ਤਉ ਚੱਲੇ ਜਿਮ ਨਰ ਗਨ ਚਾਲਾ, ਤੇ ਫਿਰ ਵੀ ਸਮਰੱਥ ਸਨ, ਪਰ ਜਿਵੇਂ ਮਨੁੱਖਾਂ ਦੀ ਮਰਜ਼ਾਦਾ ਹੁੰਦੀ ਇਉਂ ਸਤਿਗੁਰੂ ਪਾਤਸ਼ਾਹ ਜੀ ਕੌਤੁਕ ਕੀਤੇ ਹਨ। ਜਿਨ ਮਹਿ ਅਤ ਉਤਸ਼ਾਹੇ ਥਿਰਿਓ ਹੈ, ਜਿਨ੍ਹਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਸਿਰਜਿਆ ਮੇਰੇ ਸਤਿਗੁਰਾਂ ਨੇ। ਆਗੇ ਅਸ ਕਿਨਹੂ ਨਾ ਕਰਿਓ ਹੈ, ਇਹੋ ਜਿਹਾ ਉਤਸ਼ਾਹ ਤੇ ਇਹੋ ਜਿਹਾ ਕਾਰਜ ਕਦੇ ਵੀ ਕਿਸੇ ਨੇ ਕੀਤਾ ਹੈ। ਅਦਪਤ ਅਦਕ ਨੁਰੰਗਾ ਭਇਓ, ਦੇਖੋ ਨਰੰਗਾ ਜਿਹੜਾ ਸੀ ਔਰੰਗਜ਼ੇਬ ਬੜਾ ਭਾਰੀ ਕਹਿੰਦੇ ਰਾਜਾ ਹੋਇਆ। ਸਭ ਦੇਸਨ ਕਹੋ ਰਾਜਾ ਥਇਓ, ਸਾਰੇ ਹੀ ਦੇਸ਼ਾਂ ਦਾ ਰਾਜਾ ਬਣ ਗਿਆ ਸੀ ਉਹ। ਦੁਐ ਬਸੰਤ ਲਛ ਸੈਨਾ ਸੰਗ, ਤੋ ਕਿਹਾ ਜਾਂਦਾ ਭਈ ਸੋ 2 ਤੇ 22 ਲੱਖ ਦੀ ਫੌਜ ਸੀ ਨਰੰਗੇ ਦੀ। ਉਹਦੇ ਵਿੱਚ ਇਉਂ ਵੇਰਵਾ ਦਿੱਤਾ ਵੀ ਕੋਈ ਤਾਂ ਫੌਜ ਹਾਜ਼ਰ ਰਹਿੰਦੀ, ਤੇ ਉਸ ਵੇਲੇ ਆਮ ਲੋਕ ਜਿਹੜੇ ਸਨੱਧਬੱਧ ਹੀ ਸ਼ਸਤਰਧਾਰੀ ਹੋਇਆ ਕਰਦੇ ਤੇ ਘਰਾਂ 'ਚ ਵੀ ਰਹਿੰਦੇ, ਤੇ ਜਦੋਂ ਕਿਤੇ ਇਸ ਪ੍ਰਕਾਰ ਦੀ ਇਹਦੀ ਗੁਹਾਰ ਆਇਆ ਕਰਦੀ ਉਦੋਂ ਸਾਰੇ ਇਹ ਫੌਜ ਦੇ ਵਿੱਚ ਰਲ ਜਾਇਆ ਕਰਦੇ ਸਨ। ਇਉਂ ਕਹਿੰਦੇ 22 ਲੱਖ ਦੀ ਫੌਜ ਸੀ ਇਸ ਦੀ। 10,000 ਤੋਪੈਂ ਗੱਡ ਭੰਗ, ਤੋ ਬੜੇ ਬੜੇ ਕਿਲਿਆਂ ਨੂੰ ਤੋੜਨ ਵਾਲੀ 10,000 ਤੋਪ ਹੀ ਸੀ ਇਹਦੇ ਕੋਲ। ਅਰ 50,000 ਜਮੂਰੇ, 50,000 ਛੋਟੀਆਂ ਤੋਪਾਂ ਸਨ ਇਹਦੇ ਕੋਲ ਨਰੰਗੇ ਕੋਲ। ਅਰੇ ਉਨ ਕੋ ਕੀਨਸ ਸਭ ਚੂਰੇ, ਤੇ ਕੋਈ ਇਹਦੇ ਅੱਗੇ ਅੜਿਆ ਨਹੀਂ, ਸਭ ਨੂੰ ਚੂਰ ਕੀਤਾ ਇਹਨੇ, ਵਿਨਾਸ਼ ਕੀਤਾ। ਅਪਰ ਸੈਨ ਜੋ ਰਾਜਨ ਤੇ ਕੇਰੀ, ਬਾਕੀ ਹੋਰ ਵੀ ਰਾਜਿਆਂ ਦੀ ਜਿਹੜੀ ਫੌਜ ਸੀ ਗਨੇ ਕੌਣ ਸੰਗ ਚੱਲੇ ਕਨੇਰੀ, ਜਿਹੜੀ ਇਹਦੇ ਨਾਲ ਚੱਲਦੀ ਸੀ, ਜਿਹੜੇ ਇਹਦੇ ਜੇਰ ਅਧੀਨ ਕੀਤੇ ਰਾਜੇ ਸਨ, ਬੜੀ ਕੌਣ ਗਿਣਤੀ ਕਰੇ ਜਿੰਨੀ ਕੁ ਫੌਜ ਇਹਦੇ ਕੋਲ ਸੀ। ਜਿਸ ਕੋ ਤੇਜ ਸਹਿ ਨਹਿ ਕੋਊ, ਜਿਸ ਦੇ ਤੇਜ ਪ੍ਰਤਾਪ ਨੂੰ ਕੋਈ ਸਹਾਰ ਨਹੀਂ ਸਕਦਾ ਸੀ, ਕੋਈ ਆਕੀ ਨਹੀਂ ਸੀ ਹੁੰਦਾ। ਸਕਲ ਮਿਲੇ ਬੰਦੇ ਕਰ ਦੋ, ਦੋਵੇਂ ਹੱਥ ਜੋੜ ਜੋੜ ਕਰਕੇ ਸਾਰੇ ਇਹਨੂੰ ਮੱਥਾ ਟੇਕਦੇ ਸੀ। ਤਿਹ ਸੋ ਅਰ ਕੈ ਕਰਨ ਲੜਾਈ, ਤੇ ਉਹਦੇ ਨਾਲ ਅੜ ਕੇ ਤੇ ਉਹਦੇ ਨਾਲ ਜੰਗ ਕਰ ਲਏ ਕਲਗੀਧਰ ਪਾਤਸ਼ਾਹ ਮਹਾਰਾਜ ਕਰਦੇ ਸਨ। ਸਿੰਘ ਅਲਪ ਲੈ ਸੰਗ ਸੁਹਾਈ, ਸੋਭਨੀਕ ਥੋੜੇ ਜਿਹੇ ਸਿੰਘਾਂ ਨੂੰ ਲੈ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੰਗ ਕੀਤੇ ਹਨ। ਗੁਰਬਿਨ ਸਮਰੱਥ ਅਪਰ ਨਾ ਲਹੀਏ, ਦੇਖੋ ਸਮਰੱਥਾ ਇੰਨੀ ਗੁਰੂ ਤੋਂ ਬਿਨਾਂ ਕਿਸੇ ਵਿੱਚ ਨਹੀਂ ਹੋਈ ਹੈ। ਤਿਸ ਕਲਗੀ ਧਰ ਕੇ ਗੁਣ ਤੇ ਕਹੀਏ, ਉਹਨਾਂ ਨੇ ਬੇਨਤੀ ਕੀਤੀ ਐਸੇ ਕਲਗੀਆਂ ਵਾਲੇ ਸ਼ਹਿਨਸ਼ਾਹ ਪਿਤਾ ਮਹਾਰਾਜ ਦੇ ਤੁਸੀਂ ਨਾਲ ਰਹੇ ਹੋ ਭਾਈ ਸਾਹਿਬ ਜੀ। ਸੋ ਮਾਝੇ ਦੇ ਸਿੰਘਾਂ ਨੇ ਇਕੱਠੇ ਹੋ ਕੇ ਭਾਈ ਰਾਮਕੌਰ ਸਾਹਿਬ ਨੂੰ ਜਾ ਕਰਕੇ ਜਦੋਂ ਬੇਨਤੀ ਕੀਤੀ ਹੈ ਕਿ ਤੁਸੀਂ ਗੁਰੂ ਸਾਹਿਬ ਦੇ ਗੁਣ ਸਾਨੂੰ ਕਥਨ ਕਰਕੇ ਦੱਸੋ ਜੋ ਐਡੇ ਸਮਰੱਥ ਹੋਏ ਨੇ, ਇਸ ਤਰੀਕੇ ਦੇ ਨਾਲ ਤੋ ਭਾਈ ਸਾਹਿਬ ਨੇ ਇਸ ਤਰੀਕੇ ਨਾਲ ਗੁਰੂ ਸਾਹਿਬ ਦੀ ਕਥਾ ਉਸ ਵੇਲੇ ਜੋ ਬਿਆਨ ਕੀਤੀ ਉਹ ਲਿਖਤ ਹੋਈ ਇਸ ਪ੍ਰਕਾਰ। ਤੇ ਉਹ ਜਿਹੜੀ ਲਿਖਤ ਹੋਈ ਹੈ ਉਹ ਇਤਿਹਾਸ ਬਣਿਆ। ਤੇ ਹੋਰ ਥਾਵਾਂ ਤੋਂ ਵੀ ਜਿਸ ਤਰ੍ਹਾਂ ਭਾਈ ਮਨੀ ਸਿੰਘ ਜੀ ਹੋਣਾ ਨੇ ਉਹਨਾਂ ਨੇ ਵੀ ਇਤਿਹਾਸ ਮਹਾਰਾਜ ਦਾ ਜ਼ਿਕਰ ਕੀਤਾ, ਉਹ ਵੀ ਇਸ ਤਰੀਕੇ ਦੇ ਨਾਲ ਜਿਹੜਾ ਲਿਖਤ ਵਿੱਚ ਹੋਇਆ। ਕਿਉਂਕਿ ਕਲਗੀਧਰ ਪਾਤਸ਼ਾਹ ਨੇ ਭਾਈ ਮਨੀ ਸਿੰਘ ਸਾਹਿਬ ਜੀ ਹੋਣਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਥਾਪ ਕੇ ਤੇ ਨਾਲ ਸੋ ਬਾਣੀ ਪੜ੍ਹਾਉਣ ਦੀ ਸੇਵਾ ਜਿਹੜੀ ਉਹਨਾਂ ਨੂੰ ਲਾ ਦਿੱਤੀ ਸੀ ਇੱਥੇ। ਤੇ ਉਹਨਾਂ ਨੇ ਕਥਾ ਕਰਨੀ ਜਿਸ ਵੇਲੇ ਤੇ ਮਹਾਰਾਜ ਦੇ ਬਿਆਨ ਕਰਨੇ, ਇਉਂ ਵੀ ਮਹਾਰਾਜ ਦੀ ਕਥਾ ਉੱਥੇ ਵੀ ਲਿਖੀ ਗਈ। ਇਸ ਤਰੀਕੇ ਨਾਲ ਭਾਈ ਸਾਹਿਬ ਕਹਿੰਦੇ ਜਿਵੇਂ ਜਿਵੇਂ ਕਥਾ ਇਕੱਤਰ ਹੋਈ ਗੁਰੂ ਸਾਹਿਬ ਦੀ ਮੌਜ ਦੇ ਨਾਲ, ਉਹ ਕਥਾ ਜਿਹੜੀ ਇਸ ਪ੍ਰਕਾਰ ਸੋਹਣੀ ਤਰਤੀਬ ਬਣਾ ਕਰਕੇ ਛੰਦਾਬੰਦੀ ਵਿੱਚ ਤੋਂ ਕਵੀ ਜੀ ਕਹਿੰਦੇ ਵੀ ਅਸੀਂ ਲਿਖ ਰਹੇ ਹਾਂ। ਭਾਈ ਸੰਤੋਖ ਸਾਹਿਬ ਨੇ ਮਹਾਨ ਪਰਉਪਕਾਰ ਕੀਤਾ ਹੈ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਦੀ ਬਖਸ਼ਿਸ਼ ਕਰਨ। ਸਤਿਗੁਰਾਂ ਦੀ ਇਹ ਪਵਿੱਤਰ ਕਥਾ ਜੋ ਹੈ ਪੜ੍ਹ ਕੇ ਸੁਣ ਕੇ ਸਾਡੇ ਮਨ ਵਿੱਚ ਵਸੇ, ਅਸੀਂ ਗੁਰੂ ਨਾਲ ਪਿਆਰ ਕਰਕੇ ਗੁਰੂ ਦੀ ਸਿੱਖਿਆ ਧਾਰਨ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹੱਥ ਪਵੇ ਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ, ਯਹੋਵਾ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। ਤਿਹ ਸੋ ਅਰ ਕੇ ਕਰਨ ਲੜਾਈ, ਸਿੰਘ ਅਲਪ ਲੈ ਸੰਗ ਸਹਾਈ, ਗੁਰ ਬਿਨ ਸਮਰੱਥ ਅਪਰ ਨਾ ਲਹੀਏ, ਤਿਸ ਕਲਗੀ ਧਰ ਕੇ
ਕਲਗੀ ਧਰ ਕੇ ਗੁਣ ਕਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝੂਠਾ